ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1365 ਤੇ ਉੱਤੋਂ ਦੂਸਰੀ ਪੰਕਤੀ ਹੈ 11 ਨੰਬਰ ਤੋਂ ਬਾਅਦ। ਕਬੀਰ ਬਾਂਸ ਬੜਾਈ ਬੂਢਿਆ, ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ। ਵਡਾਈ ਵਡਿਆਈ ਹੰਕਾਰ, ਬੂਢਿਆ ਡੁੱਬ ਗਿਆ। ਬਾਂਸ ਆਪਣੇ ਹੰਕਾਰ 'ਚ ਡੁੱਬਿਆ ਹੋਇਆ ਹੈ ਵੀ ਮੈਂ ਬੜਾ ਲੰਮਾ। ਉਹਨੇ ਹੰਕਾਰ ਹੈ ਮੈਂ ਬੜਾ ਲੰਮਾ। ਇਉਂ ਮਤ ਡੁੱਬੋ ਕੋਏ, ਕਹਿੰਦੇ ਬਾਂਸ ਦੀ ਤਰ੍ਹਾਂ ਡੁੱਬਣਾ ਨਹੀਂ ਹੈਗਾ, ਹੰਕਾਰ ਨਹੀਂ ਕਰਨਾ। ਜੇ ਤੁਸੀਂ ਹੰਕਾਰ ਕੀਤਾ, ਭਾਵੇਂ ਗੁਰੂ ਕੋਲ ਬੈਠੇ ਰਹੋ, ਭਾਵੇਂ ਕਿਸੇ ਸਾਧੂ ਕੋਲ ਬੈਠੇ ਰਹੋ, ਭਾਵੇਂ ਸਤਸੰਗ 'ਚ ਬੈਠੇ ਰਹੋ, ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕੋਗੇ। ਤੁਹਾਨੂੰ ਹੰਕਾਰ ਹੋਏਗਾ। ਹੰਕਾਰੀ ਬੰਦਾ ਕਿਸੇ ਤੋਂ ਕੋਈ ਸਿੱਖਿਆ ਲੈਣ ਲਈ ਤਿਆਰ ਨਹੀਂ ਹੁੰਦਾ। ਉਹ ਕਿਸੇ ਦੀ ਗੱਲ ਤੋਂ ਪ੍ਰਭਾਵਿਤ ਨਹੀਂ ਹੁੰਦਾ। ਉਹ ਕਹਿੰਦਾ ਮੈਂ ਤਾਂ ਆਪ ਹੀ ਗਿਆਨਵਾਨ ਹਾਂ, ਮੈਨੂੰ ਕਿਸੇ ਤੋਂ ਗਿਆਨ ਲੈਣ ਦੀ ਕੀ ਲੋੜ ਹੈ। ਇਸ ਲਈ ਬਾਂਸ ਹੈ, ਇਹ ਹੰਕਾਰ 'ਚ ਡੁੱਬਿਆ ਹੋਇਆ ਹੈ। ਇਉਂ ਮਤ ਡੁੱਬੋ ਕੋਏ, ਭਾਈ ਇਸ ਤਰ੍ਹਾਂ ਕੋਈ ਨਾ ਡੁੱਬਿਓ। ਜਿਵੇਂ ਬਾਂਸ ਹੰਕਾਰ ਡੁੱਬਿਆ ਹੋਇਆ, ਇਸ ਤਰ੍ਹਾਂ ਅਸੀਂ ਹੰਕਾਰ 'ਚ ਨਹੀਂ ਡੁੱਬਣਾ। ਹੰਕਾਰ ਨਹੀਂ ਕਰਨਾ ਕਾਸੇ ਦਾ। ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ। ਇੱਕ ਬਾਂਸ ਦਾ ਬੂਟਾ ਹੈ ਜਿਹੜਾ ਚੰਦਨ ਦੇ ਕੋਲ ਰਹਿ ਕੇ ਵੀ ਸੁਗੰਧਿਤ ਨਹੀਂ ਹੁੰਦਾ। ਬਾਕੀ ਸਾਰੇ ਦਰਖਤ ਸੁਗੰਧਿਤ ਹੋ ਜਾਂਦੇ ਹਨ। ਬਾਂਸ ਸੁਗੰਧੀ ਗ੍ਰਹਿਣ ਨਹੀਂ ਕਰਦਾ, ਕਿਉਂਕਿ ਇਹਦੇ ਅੰਦਰ ਹੰਕਾਰ ਹੈ ਵੀ ਮੈਂ ਬਹੁਤ ਲੰਮਾ ਹਾਂ। ਇਸ ਲਈ ਜਿਸ ਬੰਦੇ 'ਚ ਹੰਕਾਰ ਹੁੰਦਾ ਹੈ, ਉਹ ਭਾਵੇਂ ਸਾਧੂਆਂ ਦੇ ਕੋਲ ਬੈਠਾ ਰਹੇ, ਉਸ 'ਤੇ ਸਾਧੂਆਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਸਾਧੂਆਂ ਤੋਂ ਕੋਈ ਲਾਭ ਨਹੀਂ ਉਠਾ ਸਕਦਾ ਹੁੰਦਾ। ਇਸ ਲਈ ਹੈ ਇਨਸਾਨ, ਤੂੰ ਬਾਂਸ ਨਹੀਂ ਬਣਨਾ। ਬਾਂਸ ਨਾਲ ਤਾਂ ਛਿਛਰੇ ਚੰਗਾ, ਢਾਕੀ ਚੰਗਾ। ਭਾਵੇਂ ਬਾਂਸ ਨਾਲੋਂ ਵੀ ਉਹ ਸਸਤਾ ਹੈ, ਪਰ ਫਿਰ ਵੀ ਉਹ ਚੰਦਨ ਦੀ ਸੁਗੰਧੀ ਗ੍ਰਹਿਣ ਕਰਦਾ ਹੈ। ਅਨਪੜ੍ਹ ਬੰਦਾ ਸਾਧੂ ਦੇ ਕੋਲ ਬੈਠਾ ਹੈ, ਕੋਈ ਨਾ ਕੋਈ ਗੱਲ ਗ੍ਰਹਿਣ ਕਰ ਲਏਗਾ। ਕਈ ਵਾਰੀ ਪੜ੍ਹਿਆ ਲਿਖਿਆ ਹੈ, ਉਹ ਸੋਚਦਾ ਇਹ ਸਾਧ 7ਵੀਂ 'ਚ ਹਟ ਗਿਆ ਸੀ ਪੜ੍ਹਨਾ, ਇਹਨੂੰ ਕੀ ਆਉਂਦਾ, ਇਹਨੂੰ ਕੀ ਆਉਂਦਾ, ਮੈਂ MA ਪਾਸ ਹਾਂ, ਇਹ 7 ਜਮਾਤਾਂ ਪਾਸ। ਉਹ ਕੋਈ ਲਾਭ ਨਹੀਂ ਉਠਾ ਸਕਦਾ, ਕਿਉਂਕਿ ਉਹਦੇ ਅੰਦਰ ਹਉਮੈ, ਪੜ੍ਹਾਈ ਦੀ ਹਉਮੈ। ਅਸੀਂ ਦੂਸਰੇ ਤੋਂ ਤਾਂ ਹੀ ਲਾਭ ਉਠਾ ਸਕਦੇ ਹਾਂ ਜੇ ਅਸੀਂ ਸਮਝੀਏ ਕਿ ਸਾਡੇ ਤੋਂ ਵੱਧ ਸਿਆਣਾ ਹੈ, ਫਿਰ ਹੀ ਮੱਤ ਲਵਾਂਗੇ ਨਾ। ਜੇ ਆਪਣੇ ਆਪ ਨੂੰ ਸਿਆਣਾ ਸਮਝਦੇ, ਫਿਰ ਦੂਜੇ ਤੋਂ ਅਸੀਂ ਮੱਤ ਨਹੀਂ ਲੈ ਸਕਦੇ, ਦੂਜੇ ਦਾ ਫਾਇਦਾ ਨਹੀਂ ਉਠਾ ਸਕਦੇ। ਬਾਂਸ ਦੀ ਉਦਾਹਰਨ ਦਿੱਤੀ ਹੈ। ਇਹ ਤਾਂ ਇੱਕ ਦਰਖਤ ਹੈ। ਬਹੁਤ ਸਾਰੇ ਬੰਦੇ ਵੀ ਬਾਂਸ ਨੇ, ਜਿਨ੍ਹਾਂ ਨੂੰ ਇੰਨਾ ਹੰਕਾਰ ਹੈ ਕਿ ਉਹ ਕਿਸੇ ਦੀ ਚੰਗੀ ਗੱਲ ਮੰਨਣ ਲਈ ਤਿਆਰ ਹੀ ਨਹੀਂ ਹੁੰਦੇ, ਤਿਆਰ ਨਹੀਂ। ਇਸ ਲਈ ਸਮਝਾਇਆ ਕਿ ਹੈ ਇਨਸਾਨ ਤੋਂ ਬਾਂਸ ਨਹੀਂ ਬਣਨਾ, ਕਿਉਂਕਿ ਬਾਂਸ ਚੰਦਨ ਦੇ ਕੋਲ ਰਹਿ ਕੇ ਬਿਨਾਂ ਖੁਸ਼ਬੂ ਦੇ ਰਹਿ ਜਾਂਦਾ ਹੈ। ਬਾਂਸ ਨਹੀਂ ਬਣਨਾ, ਹੰਕਾਰ ਨਹੀਂ ਕਰਨਾ।
ਅੱਗੇ ਕਹਿੰਦੇ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਫਾਰਸੀ ਦੇ ਵਿੱਚ ਉਚਾਰਨ ਹੈ ਪਾਏ, ਫਾਰਸੀ ਵਾਲੇ ਪੜ੍ਹਨਗੇ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਹਿੰਦੀ ਵਾਲੇ ਪੜ੍ਹਨਗੇ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਦੋਨਾਂ ਦਾ ਅਰਥ ਇੱਕੋ ਹੀ ਹੈ, ਪੈਰੀ। ਦੀਨ ਧਰਮ ਨੂੰ ਕਹਿੰਦੇ ਨੇ, ਗਵਾਇਆ ਦੁਨੀ ਦੁਨੀ ਸੰਸਾਰ ਨੂੰ ਕਹਿੰਦੇ ਨੇ। ਸੰਸਾਰ ਨਾਲ ਜੁੜ ਕੇ ਇਨਸਾਨ ਧਰਮ ਨੂੰ ਗਵਾ ਲੈਂਦਾ, ਕਿਉਂਕਿ ਸੰਸਾਰੀ ਬੰਦੇ ਧਾਰਮਿਕ ਨਹੀਂ ਹੁੰਦੇ। ਅਤੇ ਜਿਹੋ ਜਿਹਾ ਤੁਸੀਂ ਸੰਗਤ ਕਰੋਗੇ ਫਿਰ ਹੌਲੀ ਹੌਲੀ ਉਹੋ ਜਿਹੇ ਹੋ ਜਾਓਗੇ। ਆ ਤਰਕਸ਼ੀਲਾਂ ਦੀ ਤੁਸੀਂ ਸੰਗਤ ਕਰ ਲਓ, ਤੁਸੀਂ ਨਾਸਤਕ ਹੋ ਜਾਓਗੇ। ਤੁਸੀਂ ਨਾਸਤਕ ਹੋ ਜਾਓਗੇ, ਕਿਉਂਕਿ ਨਾਸਤਕਾਂ ਦੀ ਸੰਗਤ ਕੀਤੀ। ਭਜਨ ਬੰਦਗੀ ਕਰਨ ਵਾਲੇ ਸੰਗਤ ਕਰੋਗੇ, ਹੌਲੀ ਹੌਲੀ ਤੁਸੀਂ ਭਜਨ ਬੰਦਗੀ ਕਰਨ ਲੱਗ ਜਾਓਗੇ। ਕਬੀਰ ਦੀਨ ਗਵਾਇਆ ਦੁਨੀ ਸਿਉ, ਸੰਸਾਰ ਨਾਲ ਜੁੜ ਕੇ ਧਰਮ ਛੱਡ ਦਿੱਤਾ ਹੈ। ਦੁਨੀ ਨਾ ਚਾਲੀ ਸਾਥ, ਪਰ ਜਦੋਂ ਬੰਦਾ ਮਰਨ ਲੱਗਿਆ ਸੰਸਾਰ ਨਾਲ ਨਹੀਂ ਗਿਆ। ਜਿਨ੍ਹਾਂ ਲਈ ਧਰਮ ਛੱਡਿਆ, ਜਿਨ੍ਹਾਂ ਲਈ ਭਜਨ ਬੰਦਗੀ ਛੱਡੀ, ਉਹ ਅੰਤਲੇ ਸਮੇਂ ਨਾਲ ਨਹੀਂ ਗਏ। ਨਾਲ ਤੇ ਪਰਮਾਤਮਾ ਦਾ ਨਾਮ ਜਾਣੇ ਅਤੇ ਪਰਮਾਤਮਾ ਦਾ ਨਾਮ ਜਪੇ ਹੀ ਨਹੀਂ, ਸੰਸਾਰਿਕ ਕੰਮਾਂ 'ਚ ਹੀ ਲੱਗਾ ਰਿਹਾ, ਸੰਸਾਰੀ ਬਣ ਗਿਆ ਅਤੇ ਦੁਨੀਆ ਨੇ ਨਾਲ ਨਹੀਂ ਜਾਣਾ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਗਾਫਲ ਮਨੇ ਲਾਪਰਵਾਹ, ਅਗਿਆਨੀ। ਇਸ ਅਗਿਆਨੀ ਬੰਦੇ ਨੇ ਸੰਸਾਰ ਨਾਲ ਲੱਗ ਕੇ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਲਿਆ, ਭਾਵ ਆਪਣਾ ਨੁਕਸਾਨ ਆਪ ਹੀ ਕਰ ਲਿਆ। ਮੈਂ ਦੇਖਿਆ ਸਾਡਾ ਨੁਕਸਾਨ ਦੂਜੇ ਘੱਟ ਕਰਦੇ ਨੇ, ਅਸੀਂ ਆਪਣਾ ਨੁਕਸਾਨ ਆਪ ਹੀ ਕਰਦੇ ਰਹਿੰਦੇ ਹਾਂ। ਫਿਰ ਕੋ ਮੈਂ ਪੀ ਵੀ ਜਾਂਦਾ ਤਾਂ ਦੂਜਾ ਤਾਂ ਕੋਈ ਮੇਰਾ ਨੁਕਸਾਨ ਨਹੀਂ ਕਰ ਰਿਹਾ, ਮੈਂ ਧਨ ਦੀ ਅਤੇ ਸਰੀਰ ਦੀ ਬਰਬਾਦੀ ਕਰ ਰਿਹਾ ਹਾਂ। ਅਤੇ ਨਸ਼ੇ ਕਰਨ ਵਾਲਿਆਂ ਦੀ ਇੱਜ਼ਤ ਵੀ ਕੋਈ ਨਹੀਂ ਹੁੰਦੀ। ਨਸ਼ਈ ਬੰਦਾ ਤਿੰਨ ਚੀਜ਼ਾਂ ਗੁਆ ਲੈਂਦਾ, ਸਰੀਰਕ ਤੰਦਰੁਸਤੀ, ਧਨ ਵੀ ਗੁਆ ਲੈਂਦਾ ਹੈ ਅਤੇ ਇੱਜ਼ਤ ਵੀ ਗੁਆ ਲੈਂਦਾ। ਕੋਈ ਇੱਜ਼ਤ ਨਹੀਂ ਕਰਦਾ। ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰਨਾ। ਚੋਰ ਹੈ, ਚੋਰੀਆਂ ਕਰਦਾ, ਕਿਸੇ ਨੂੰ ਫੜਿਆ ਗਿਆ, ਫਿਰ ਕੁੱਟ ਪੈਂਦੀ ਹੈ, ਜੇਲ੍ਹ ਹੁੰਦੀ ਹੈ, ਉਹਨੇ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰਿਆ ਨਾ। ਰਿਸ਼ਵਤਖੋਰ ਹੈ, ਰਿਸ਼ਵਤ ਲੈਂਦਾ ਹੈ, ਕਿਸੇ ਦੇ ਰਿਸ਼ਵਤ ਲੈਂਦਾ ਫੜਿਆ ਗਿਆ, ਨਾਲੇ ਪੁਲਿਸ ਤੋਂ ਕੁੱਟ ਖਾਧੀ, ਫਿਰ ਵਕੀਲਾਂ ਨੂੰ ਪੈਸੇ ਦਿੱਤੇ, ਪੁਲਿਸ ਵਾਲਿਆਂ ਨੂੰ ਵੀ ਦਿੱਤੇ, ਅਤੇ ਬਾਅਦ 'ਚ ਜੇਲ੍ਹ ਹੋ ਗਈ। ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰਨ। ਵਿਦਿਆਰਥੀ ਹੈ, ਪੜ੍ਹਦਾ ਨਹੀਂ ਹੈਗਾ, ਫੇਲ ਹੋ ਜਾਂਦਾ ਹੈ, ਹੌਲੀ ਹੌਲੀ ਪੜ੍ਹਨੋਂ ਹਟ ਜਾਂਦਾ, ਫਿਰ ਉਹਨੇ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰਿਆ। ਮਾਂ ਪਿਓ ਕਹਿੰਦੇ ਨੇ ਪੜ੍ਹ ਲੈ ਭਾਈ, ਟੀਚਰ ਕਹਿੰਦੇ ਪੜ੍ਹ ਲੈ ਭਾਈ, ਨਹੀਂ ਪੜ੍ਹਿਆ, ਨਹੀਂ ਪੜ੍ਹਿਆ। ਇਸ ਤਰ੍ਹਾਂ ਮਨੁੱਖ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰਦਾ ਰਹਿੰਦਾ, ਦੂਜੇ ਦਾ ਘੱਟ ਨੁਕਸਾਨ ਕਰਦੇ ਨੇ, ਆਪ ਆਪਣਾ ਨੁਕਸਾਨ ਜ਼ਿਆਦਾ ਕਰਦਾ ਰਹਿੰਦਾ। ਗੁਆਂਢੀ ਅਮੀਰ ਹੈ, ਸੜਦਾ ਰਹੇਗਾ, ਸੜਦਾ ਰਹੇਗਾ, ਹਾਏ ਹੋਏ
ਇਹ ਕਿਉਂ ਅਮੀਰ ਹੈ? ਗਰੀਬ ਹੋਣਾ ਚਾਹੀਦਾ ਸੀ। ਇਹ ਨਹੀਂ ਕਿ ਮੈਂ ਅਮੀਰ ਹੋਵਾਂ। ਇੱਕ ਹੁੰਦਾ ਰੀਸ ਕਰਨਾ, ਇੱਕ ਹੁੰਦਾ ਈਰਖਾ ਕਰਨਾ। ਰੀਸ ਬਹੁਤ ਘੱਟ ਲੋਕ ਕਰਦੇ ਨੇ, ਈਰਖਾ ਕਰਦੇ। ਇੱਕ ਬੱਚਾ ਹੁਸ਼ਿਆਰ ਹੈ, ਉਹਦੀ ਰੀਸ ਨਹੀਂ ਕਰਨਗੇ ਵੀ ਅਸੀਂ ਵੀ ਮਿਹਨਤ ਕਰਕੇ ਹੁਸ਼ਿਆਰ ਹੋ ਜਾਈਏ, ਨਹੀਂ, ਈਰਖਾ ਕਰਨਗੇ ਇਹ ਕਿਉਂ ਹੁਸ਼ਿਆਰ ਹੈ। ਅਗਰ ਉਹ ਇਮਤਿਹਾਨਾਂ 'ਚ ਬਿਮਾਰ ਹੋ ਗਿਆ ਹੈ ਤਾਂ ਦੂਜੇ ਬੜੇ ਖੁਸ਼ ਹੁੰਦੇ ਨੇ, ਹੁਣ ਨਹੀਂ ਆਉਂਦਾ ਫਸਟ। ਆਪ ਨਹੀਂ ਤਰੱਕੀ ਕਰਨੀ। ਈਰਖਾਲੂ ਬੰਦੇ 'ਚ ਨੁਕਸ ਹੁੰਦਾ। ਜਿਹੜਾ ਰੀਸ ਕਰਦਾ ਤਾਂ ਫਿਰ ਵੀ ਚੰਗਾ। ਉਹਨੇ ਰੀਸ ਕੀਤੀ ਕਿ ਅਮੀਰ ਹੈ ਮੈਂ ਵੀ ਅਮੀਰ ਹੋਵਾਂ, ਇਹ ਸੁਖੀ ਹੈ ਮੈਂ ਵੀ ਸੁਖੀ ਹੋਵਾਂ, ਇਹ ਨਾਮ ਜਪਦਾ ਮੈਂ ਵੀ ਨਾਮ ਜਪਾਂ, ਰੀਸ ਕੀਤੀ ਹੈ। ਇੱਕ ਨੂੰ ਈਰਖਾ ਹੈ। ਈਰਖਾ ਹਮੇਸ਼ਾ ਮਨੁੱਖ ਦਾ ਨੁਕਸਾਨ ਕਰਦੀ ਹੈ। ਈਰਖਾ ਨਹੀਂ ਕਰਨੀ ਚਾਹੀਦੀ। ਦੋ ਸਕੇ ਭਰਾ ਹੁੰਦੇ ਨੇ, ਇੱਕ ਅਮੀਰ ਹੁੰਦਾ ਇੱਕ ਗਰੀਬ ਹੁੰਦਾ। ਸਕੇ ਭਰਾ ਹੁੰਦੇ ਨੇ, ਮਾਂ ਪਿਓ ਹੀ ਨੇ, ਕਈ ਵਾਰੀ ਮਾਂ ਪਿਓ ਉਹੀ ਨੇ, ਸਕੂਲ ਵੀ ਉਹੀ ਹੈ, ਟੀਚਰ ਵੀ ਉਹੀ ਨੇ। ਇੱਕ ਭਰਾ ਪੜ੍ਹ ਗਿਆ, ਇੱਕ ਵਿੱਚੋਂ ਹਟ ਗਿਆ ਹੈ, ਵਿੱਚੋਂ ਹਟ ਗਿਆ ਹੈ। ਆਪਣੇ ਪੈਰਾਂ ਤੋਂ ਉਹਨੇ ਆਪ ਹੀ ਕੁਹਾੜਾ ਮਾਰ ਲਿਆ। ਉਹਨੇ ਦੂਜੇ ਭਰਾ ਦੀ ਰੀਸ ਨਹੀਂ ਕੀਤੀ। ਜੇ ਰੀਸ ਕਰਦਾ ਤਾਂ ਉਹ ਵੀ ਪੜ੍ਹ ਲੈਂਦਾ। ਲਾਪਰਵਾਹ ਸੀ। ਲਾਪਰਵਾਹ ਜਿਹੜਾ ਬੰਦਾ ਹੁੰਦਾ ਆਪਣਾ ਨੁਕਸਾਨ ਆਪ ਕਰ ਲੈਂਦਾ। ਇਹ ਮੂਰਖਤਾ ਹੀ ਹੈ ਕਿ ਤੁਸੀਂ 4-450 ਰੁਪਏ ਦਿਹਾੜੀ ਸਾਰਾ ਦਿਨ ਕੀਤੀ, ਫਿਰ ਸ਼ਰਾਬ ਪੀ ਕੇ ਟੱਲੀ ਹੋ ਕੇ ਘਰ ਆ ਗਏ। ਘਰ ਦੇ ਜੀਆਂ ਦਾ ਕੋਈ ਫਿਕਰ ਨਹੀਂ ਹੈ ਵੀ ਜੇ ਮੈਂ ਪੀ ਪੀ ਕੇ ਮਰ ਗਿਆ, ਇਹ ਬਾਕੀ ਜੀ ਕੀ ਕਰਨਗੇ? ਜਾਇਦਾਦ ਤਾਂ ਆਪਣੀ ਕੋਈ ਹੈ ਨਹੀਂ। ਇੱਕ ਤਾਂ ਵੀ ਜਾਇਦਾਦ ਹੋਵੇ ਤੇ ਚਲੋ ਮਗਰੋਂ ਰੋਟੀ ਖਾ ਲੈਣਗੇ। ਜਾਇਦਾਦ ਵੀ ਕੋਈ ਨਹੀਂ, ਸਿਰਫ ਮਜ਼ਦੂਰੀ ਹੈ। ਪੀ ਵੀ ਜਾਂਦਾ, ਕਈ ਦਿਨ ਦਿਹਾੜੀ 'ਤੇ ਹੀ ਨਹੀਂ ਜਾਂਦਾ, ਅਤੇ ਜਿਹੜਾ ਕਮਾਉਂਦਾ ਉਹ ਪੀ ਕੇ ਹੀ ਸਾਰਾ ਨਸ਼ਟ ਕਰ ਦਿੰਦਾ ਹੈ। ਆਪਣੇ ਅਤੇ ਆਪਣੇ ਪਰਿਵਾਰ ਦੇ ਪੈਰਾਂ 'ਤੇ ਇਹੋ ਜਿਹੇ ਲੋਕ ਕੁਹਾੜਾ ਮਾਰਦੇ ਨੇ। ਲੋਕ ਆਪਣੇ ਪੈਰਾਂ 'ਤੇ ਆਪ ਹੀ ਕੁਹਾੜੇ ਮਾਰਦੇ ਨੇ। ਪਰਮਾਤਮਾ ਤਾਂ ਚਾਹੁੰਦਾ ਹੈ ਇਹ ਮੇਰੇ ਬੱਚੇ ਨੇ। ਕੋਈ ਪਿਤਾ ਨਹੀਂ ਚਾਹੁੰਦਾ ਮੇਰਾ ਪਰਿਵਾਰ ਦੁਖੀ ਹੋਵੇ। ਸਿਆਣੇ ਪਿਤਾ ਇਹ ਚਾਹੁੰਦੇ ਮੇਰਾ ਪਰਿਵਾਰ ਸਾਰੇ ਜੀਅ ਸੁਖੀ ਹੋਣ। ਪਰਮਾਤਮਾ ਇੱਕ ਸਿਆਣਾ ਪਿਤਾ ਹੈ, ਉਹ ਚਾਹੁੰਦਾ ਮੇਰੇ ਬੱਚੇ ਸੁਖੀ ਹੋਣ। ਕਿਵੇਂ ਸੁਖੀ ਹੋਣ? ਉਹਨੇ ਸਤਿਯੁਗ ਤੋਂ ਲੈ ਕੇ ਅੱਜ ਤੱਕ ਪੈਗੰਬਰ ਭੇਜੇ, ਗੁਰੂ ਭੇਜੇ, ਪੀਰ ਭੇਜੇ, ਸੰਤ ਮਹਾਤਮਾ ਭੇਜੇ ਕਿ ਜਾਓ ਇਹਨਾਂ ਨੂੰ ਸਿੱਖਿਆ ਦਿਓ, ਇਹਨਾਂ ਨੂੰ ਵਧੀਆ ਇਨਸਾਨ ਬਣਾਓ। ਇਹ ਵਧੀਆ ਇਨਸਾਨ ਹੋ ਜਾਣਗੇ, ਆਪੇ ਸੁਖੀ ਹੋ ਜਾਣਗੇ। ਇਹਨਾਂ ਨੂੰ ਮੇਰਾ ਨਾਮ ਜਪਣ ਲਾਓ। ਮੇਰਾ ਨਾਮ ਜਪਦੇ ਜਪਦੇ ਮੇਰੇ ਵਰਗੇ ਹੋ ਜਾਣਗੇ। ਜਦੋਂ ਮੇਰੇ ਵਰਗੇ ਹੋ ਜਾਣਗੇ ਫਿਰ ਮੇਰੇ 'ਚ ਮਿਲ ਜਾਣਗੇ। ਪਰਮਾਤਮਾ ਨੇ ਸਾਡੇ ਭਲੇ ਲਈ ਕਿੰਨੇ ਹੀ ਇਸ ਸੰਸਾਰ 'ਤੇ ਬੰਦੇ ਭੇਜੇ, ਪਰ ਇਹ ਮਨੁੱਖ ਮੰਨ ਨਹੀਂ ਰਿਹਾ। ਇਹ ਮੰਨ ਨਹੀਂ ਰਿਹਾ। ਇਹ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰੀ ਜਾ ਰਿਹਾ। ਉਹਨੂੰ ਤੇ ਰੱਬ ਕੀ ਕਰੇ? ਕੀ ਕਰੇ ਰੱਬ? ਉਹ ਤਾਂ ਚਾਹੁੰਦਾ ਮੇਰੀ ਔਲਾਦ ਹੈ ਸੁਖੀ ਹੋਣ। ਇਹ ਸੁਖੀ ਹੀ ਨਹੀਂ ਹੋਣਾ ਚਾਹੁੰਦੇ। ਆਹ ਗੁਰਬਾਣੀ ਸਾਨੂੰ ਸੁਖੀ ਹੋਣ ਦਾ
ਢੰਗ ਦੱਸਦੀ ਹੈ। ਜੇ ਹੁਣ ਅਸੀਂ ਗੁਰਬਾਣੀ ਦੀ ਗੱਲ ਹੀ ਨਾ ਮੰਨੀਏ ਫਿਰ ਕਿਵੇਂ ਸੁਖੀ ਹੋਵਾਂਗੇ ਬਈ? ਕਿਉਂਕਿ ਪੰਜਾਬ ਦੇ ਬੇਅੰਤ ਸਿੱਖ ਨੇ ਜਿਹੜੇ ਗੁਰੂ ਦੀ ਗੱਲ ਨਹੀਂ ਮੰਨ ਰਹੇ, ਇਸ ਲਈ ਦੁੱਖ ਹੀ ਦੁੱਖ ਫੈਲ ਗਿਆ ਅਤੇ ਲੋਕ ਪੰਜਾਬ ਨੂੰ ਛੱਡ ਕੇ ਬਾਹਰ ਨੂੰ ਜਾ ਰਹੇ ਨੇ, ਬਾਹਰ ਨੂੰ ਜਾ ਰਹੇ ਨੇ। ਉਹ ਸੋਚਦੇ ਨੇ ਸ਼ਾਇਦ ਬਾਹਰ ਸੁੱਖ ਹੈ, ਉਹ ਸੋਚਦੇ ਨੇ ਸ਼ਾਇਦ ਬਾਹਰ ਸੁੱਖ ਹੈ। ਜਿਨ੍ਹਾਂ ਨੂੰ ਅੰਦਰੋਂ ਸੁੱਖ ਨਹੀਂ ਮਿਲਿਆ ਉਹਨਾਂ ਨੂੰ ਬਾਹਰੋਂ ਵੀ ਸੁੱਖ ਨਹੀਂ ਮਿਲਿਆ ਕਰਦਾ। ਐਵੇਂ ਭੁਲੇਖਾ ਕਿ ਪਤਾ ਨਹੀਂ ਬਾਹਰ ਸੁੱਖ ਹੈ। ਜਦੋਂ ਬਾਹਰ ਜਾਂਦੇ ਨੇ ਹਾਲਾਤ ਨਾਲ ਦੋ ਚਾਰ ਹੋਣਾ ਪੈਂਦਾ, ਫਿਰ ਸਮਝ ਆਉਂਦੀ ਹੈ ਵੀ ਉਹ ਉੱਥੇ ਤਾਂ ਮਾਂ ਪਿਓ ਬਿਨਾਂ ਕੰਮ ਤੋਂ ਵੀ ਰੋਟੀ ਦੇ ਦਿੰਦੇ ਸੀ। ਮੈਂ ਕੋਈ ਕੰਮ ਨਹੀਂ ਸੀ ਕਰਦਾ ਫਿਰ ਹੀ ਮੈਨੂੰ ਰੋਟੀ ਦਿੰਦੇ ਸੀ। ਇੱਥੇ ਤਾਂ 12 ਘੰਟੇ ਕੰਮ ਕਰਨਾ ਪੈਂਦਾ ਹੈ। ਫਿਰ ਸੋਚਦੇ ਨੇ, ਸੋਚੀ ਜਾਓ ਹੁਣ, ਇਹ ਮਨੁੱਖ ਗੁਰੂ ਦੀ ਗੱਲ ਨਹੀਂ ਮੰਨ ਰਿਹਾ, ਇਹ ਸਾਧੂ ਦੀ ਗੱਲ ਨਹੀਂ ਮੰਨਦਾ, ਇਹ ਕਿਸੇ ਪੀਰ ਪੈਗੰਬਰ ਦੀ ਗੱਲ ਨਹੀਂ ਮੰਨਦਾ, ਇਹ ਆਪਣੀ ਮਰਜ਼ੀ ਕਰਦਾ ਹੈ। ਜੇ ਗੁਰਬਾਣੀ ਕੀ ਮੇਰੀ ਮਤ ਥੋੜ੍ਹੀ ਰਾਮ, ਮਨੁੱਖ ਦੀ ਮਤ ਤੇ ਥੋੜ੍ਹੀ ਹੈ, ਛੋਟੀ ਹੈ। ਗੁਰੂ ਦੀ ਮਤ ਰੱਬੀ ਮਤ ਹੁੰਦੀ ਹੈ ਅਤੇ ਰੱਬੀ ਮਤ ਤੇ ਵਿਸ਼ਾਲ ਮਤ ਹੁੰਦੀ ਹੈ। ਰੱਬ ਤੇ ਵਿਸ਼ਾਲ ਹੈ। ਜਦੋਂ ਸਾਡੇ 'ਚ ਰੱਬੀ ਮਤ ਹੋਈ, ਸਾਡੀ ਮਤ ਤੇ ਬਹੁਤ ਵਿਸ਼ਾਲ ਹੋ ਜਾਏਗੀ। ਅਸੀਂ ਤਾਂ ਬਹੁਤ ਸਿਆਣੇ ਅਤੇ ਵਧੀਆ ਇਨਸਾਨ ਹੋ ਜਾਵਾਂਗੇ। ਆ ਕਥਾ ਕਰਨ ਦਾ ਹੋਰ ਕੋਈ ਮਤਲਬ ਹੀ ਨਹੀਂ ਹੈਗਾ। ਗੁਰੂ ਦੀ ਗੱਲ ਨੂੰ ਅੱਜ ਦੀ ਪੰਜਾਬੀ 'ਚ ਸਮਝਾਉਣਾ। ਕਬੀਰ ਸਾਹਿਬ 600 ਸਾਲ ਪਹਿਲਾਂ ਕੀ ਕਹਿ ਗਏ, ਆ ਕਥਾ ਕਰਕੇ ਅੱਜ ਦੀ ਪੰਜਾਬੀ 'ਚ ਉਹਨਾਂ ਦੀ ਸਿੱਖਿਆ ਦੱਸੀ ਜਾ ਰਹੀ ਹੈ ਕਿ ਉਹ ਸਾਨੂੰ ਕੀ ਕਹਿ ਗਏ, ਕੀ ਕਹਿ ਗਏ। ਆ ਹੁਣੇ ਉਦਾਹਰਨ ਦੇ ਕੇ ਹਟੇ ਨੇ ਵੀ ਬਹੁਤ ਸਾਰੇ ਮਨੁੱਖ ਬਾਂਸ ਦੀ ਤਰ੍ਹਾਂ ਨੇ। ਬਾਂਸ ਚੰਦਨ ਦੇ ਕੋਲ ਉੱਗਿਆ ਹੋਇਆ ਵੀ ਸੁਗੰਧੀ ਪ੍ਰਾਪਤ ਨਹੀਂ ਕਰਦਾ। ਇਸ ਤਰ੍ਹਾਂ ਹੰਕਾਰੀ ਬੰਦਾ ਕਿਸੇ ਗੁਰੂ ਤੋਂ, ਕਿਸੇ ਸਾਧੂ ਤੋਂ ਕੋਈ ਲਾਭ ਨਹੀਂ ਉਠਾ ਸਕਦਾ। ਨਹੀਂ ਤਾਂ ਸਾਧੂ ਗੁਰੂ ਤੇ ਭੇਜੇ ਹੀ ਪਰਮਾਤਮਾ ਨੇ ਇਸੇ ਲਈ ਸਨ ਕਿ ਜਾਓ ਇਹਨਾਂ ਨੂੰ ਸਮੱਤ ਬਖਸ਼ੋ ਤਾਂ ਜੇ ਸੁਖੀ ਹੋ ਜਾਣ। ਪਰ ਇਹ ਕਿਸੇ ਦੀ ਮੰਨਦੇ ਹੀ ਨਹੀਂ ਹੈਗੇ, ਆਪਣੀ ਮਰਜ਼ੀ ਕਰਦੇ ਨੇ। ਅੱਗੇ ਕਹਿੰਦੇ ਕਬੀਰ ਜਹ ਜਹ ਹੋਂ ਫਿਰਿਓ। ਜਹ ਪੂਰਾ ਸ਼ਬਦ ਹੈ ਹਿੰਦੀ ਦਾ ਜਹਾਂ, ਜਹਾਂ ਜਹਾਂ, ਜਿੱਥੇ ਜਿੱਥੇ। ਉਹਦਾ ਸੰਖੇਪ ਰੂਪ ਹੈ ਜਹ ਜਹ, ਜਿੱਥੇ ਜਿੱਥੇ। ਕਬੀਰ ਜਹ ਜਹ ਹੋਂ ਫਿਰਿਓ, ਕੌਤਕ ਠਾਉ ਠਾਈ। ਇਕ ਰਾਮ ਸਨੇਹੀ ਬਾਹਰਾ, ਊਜਰ ਮੇਰੇ ਭਾਈ। ਕਬੀਰ ਸਾਹਿਬ ਕਹਿੰਦੇ ਜਿੱਥੇ ਜਿੱਥੇ ਵੀ ਮੈਂ ਗਿਆ, ਥਾਂ ਥਾਂ 'ਤੇ ਮੈਂ ਬੜੇ ਕੌਤਕ ਵੇਖੇ, ਰੰਗ ਤਮਾਸ਼ੇ ਵੇਖੇ, ਰੰਗ ਤਮਾਸ਼ੇ ਵੇਖੇ। ਕੋਈ ਭਜਨ ਬੰਦਗੀ ਕਰਨ ਵਾਲਾ ਨਹੀਂ ਵੇਖਿਆ। ਇੱਕ ਰਾਮ ਸਨੇਹੀ ਬਾਹਰਾ, ਜਿੱਥੇ ਰਾਮ ਦਾ ਕੋਈ ਪਿਆਰਾ ਹੀ ਨਹੀਂ ਹੈਗਾ, ਬਾਹਰਾ ਮੈਨੇ ਬਿਨਾਂ। ਜਿਹੜੀ ਥਾਂ ਪਰਮਾਤਮਾ ਦੇ ਪਿਆਰੇ ਤੋਂ ਬਿਨਾਂ ਹੈ, ਉਹ ਥਾਂ ਉਜਰ ਮੇਰੇ ਭਾਏ, ਮੇਰੇ ਭਾਣੇ ਤਾਂ ਕਹਿੰਦੇ ਉਹ ਉਜਾੜ ਹੈ, ਉਹ ਵਸਣ ਵਾਲਾ ਨਹੀਂ ਹੈ। ਮੇਰੇ ਭਾਣ ਦੇ ਉਜਾੜ ਹੈ ਕਿਉਂਕਿ ਉਸ ਥਾਂ 'ਤੇ ਕੋਈ ਨਾਮ ਜਪਣ ਵਾਲਾ ਹੀ ਨਹੀਂ ਹੈ, ਕੋਈ ਰੱਬ ਦਾ ਪਿਆਰਾ ਹੀ ਨਹੀਂ ਹੈਗਾ। ਮੈਂ ਇਹਨਾਂ ਖੇਲ ਤਮਾਸ਼ੇ ਨੂੰ ਕੀ ਕਰਾਂ, ਮੇਰੇ ਲਈ ਤੇ ਉਜਾੜ ਨੇ। ਇਸ ਲਈ ਮਹਾਨਤਾ ਇਸ ਗੱਲ ਦੀ ਹੈ ਕਿ ਉਸ ਥਾਂ 'ਤੇ ਕੋਈ ਸੰਤ ਮਹਾਤਮਾ ਸਾਧੂ ਰਹਿੰਦਾ, ਕੋਈ ਨਾਮ ਜਪਣ ਵਾਲਾ ਰਹਿੰਦਾ।
ਇੱਕ ਵਾਰੀ ਸ਼ਿਵ ਜੀ ਮਹਾਰਾਜ ਅਤੇ ਪਾਰਵਤੀ ਆਕਾਸ਼ ਵਿੱਚ ਜਾ ਰਹੇ ਨੇ। ਇੱਕ ਥਾਂ 'ਤੇ ਸ਼ਿਵ ਜੀ ਮਹਾਰਾਜ ਨੇ ਆਪਣਾ ਉੱਡਣ ਖਟੋਲਾ ਹੇਠਾਂ ਉਤਾਰਿਆ ਅਤੇ ਪਾਰਵਤੀ ਨੇ ਕਹਿੰਦੇ, ਪਾਰਵਤੀ ਤੂੰ ਬੈਠ, ਮੈਂ ਆਇਆ। ਥੋੜ੍ਹੀ ਦੂਰ ਜਾ ਕੇ ਖਾਲੀ ਜਗ੍ਹਾ ਸੀ। ਸ਼ਿਵ ਜੀ ਮਹਾਰਾਜ ਨੂੰ ਉੱਥੇ ਮੱਥਾ ਟੇਕਿਆ ਅਤੇ ਵਾਪਸ ਆ ਗਏ। ਪਾਰਵਤੀ ਕਹਿੰਦੀ, ਸਵਾਮੀ ਜੀ, ਜਿੱਥੇ ਤੁਸੀਂ ਮੱਥਾ ਟੇਕਿਆ ਉੱਥੇ ਕੋਈ ਸੰਤ ਮਹਾਤਮਾ ਤਾਂ ਹੈ ਨਹੀਂ ਸੀ, ਤੁਸੀਂ ਕਿਹਨੂੰ ਮੱਥਾ ਟੇਕਿਆ? ਕਹਿੰਦੇ, ਪਾਰਵਤੀ, ਅੱਜ ਤੋਂ 200 ਸਾਲ ਪਹਿਲਾਂ ਇੱਥੇ ਸਾਧੂਆਂ ਨੇ ਬੈਠ ਕੇ ਭਜਨ ਬੰਦਗੀ ਕੀਤੀ ਸੀ। ਇਹ ਧਰਤੀ ਹੋ ਗਈ ਪਵਿੱਤਰ, ਅਤੇ ਮੈਂ ਧਰਤੀ ਨੂੰ ਕਹਿਣ ਗਿਆ ਸੀ, ਹੇ ਧਰਤੀਏ, ਤੂੰ ਕਿੰਨੇ ਭਾਗਾਂ ਵਾਲੀ ਹੈ। 200 ਸਾਲ ਪਹਿਲਾਂ ਤੇਰੇ 'ਤੇ ਸਾਧੂਆਂ ਨੇ ਬੈਠ ਕੇ ਭਜਨ ਬੰਦਗੀ ਕੀਤੀ, ਤੂੰ ਭਾਗਾਂ ਵਾਲੀ ਹੋ ਗਈ ਹੈ। ਕਹਿੰਦੇ, ਮੈਂ ਤਾਂ ਮੱਥਾ ਟੇਕ ਕੇ ਆਇਆ। ਇਸ ਲਈ ਜਿੱਥੇ ਸਾਧੂ ਬੈਠ ਜੇ, ਜਿੱਥੇ ਗੁਰੂ ਬੈਠ ਜੇ, ਬੈਠਣਾ ਕਿਤੇ ਰਹੇ, ਜੇ ਆਪਣੇ ਚਰਨ ਧਰਦੇ, ਧਰਤੀ ਪਵਿੱਤਰ ਹੋ ਜਾਂਦੀ ਹੈ। ਜਿੱਥੇ ਜਿੱਥੇ ਗੁਰੂ ਮਹਾਰਾਜ ਆਪਣੇ ਚਰਨ ਧਰਦੇ ਨੇ, ਉਹ ਰਾਹ ਹੀ ਪਵਿੱਤਰ ਹੋ ਜਾਂਦੇ ਨੇ। ਉਹ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਜਿੱਥੇ ਮਹਾਨ ਆਤਮਾ ਕੋਈ ਭਜਨ ਬੰਦਗੀ ਵਾਲੀ ਰਹਿੰਦੀ ਹੈ। ਕਿਉਂ? ਉਹਦੇ ਕੋਲ ਲੋਕਾਂ ਨੇ ਆਉਣਾ ਹੈ, ਉਹਨੇ ਲੋਕਾਂ ਦੇ ਜੀਵਨ ਬਦਲਣੇ ਹਨ। ਮਹਾਤਮਾ ਦਾ, ਗੁਰੂ ਦਾ ਕੰਮ ਹੀ ਆਹੀ ਹੈ। ਪਹਿਲਾ ਜੀਵਨ ਬਦਲ ਦੇਣਾ, ਇੱਕ ਨਵਾਂ ਜੀਵਨ ਦੇਣਾ, ਜਿਹੜਾ ਸ਼ੁਭ ਕਰਮ ਕਰਨ ਵਾਲਾ ਹੋਵੇ ਅਤੇ ਨਾਮ ਜਪਣ ਵਾਲਾ ਹੋਵੇ। ਜਿਹੜਾ ਧਰਮ ਹੈ, ਇਹ ਤਾਂ ਜਦੋਂ ਅਸੀਂ ਨਾਮ ਜਪਣਾ ਸ਼ੁਰੂ ਕਰਦੇ ਉੱਥੋਂ ਸ਼ੁਰੂ ਹੁੰਦਾ, ਉੱਥੋਂ ਸ਼ੁਰੂ ਹੁੰਦਾ। ਧਰਮ ਸ਼ੁਭ ਕਰਮਾਂ ਤੋਂ ਸ਼ੁਰੂ ਹੁੰਦਾ ਹੈ। ਭਾਵੇਂ ਮੈਂ ਭਜਨ ਬੰਦਗੀ ਕਰਦਾ ਰਹਾਂ, ਪਰ ਜੇ ਮੈਂ ਸ਼ੁਭ ਕਰਮ ਨਹੀਂ ਕਰਦਾ, ਮੈਂ ਧਾਰਮਿਕ ਨਹੀਂ। ਮੈਂ ਧਾਰਮਿਕ ਨਹੀਂ, ਚਾਹੇ ਧਾਰਮਿਕ ਪੋਥੀਆਂ ਹਰ ਵਕਤ ਕੋਲ ਰੱਖੀ ਰੱਖਣ। ਦੇਖਣ ਨੂੰ ਸੱਜਣ ਠੱਗ ਧਾਰਮਿਕ ਹੈ। ਦੋ ਨੇ ਧਰਮਸ਼ਾਲਾਵਾਂ ਬਣਾਈਆਂ ਹੋਈਆਂ ਹਨ, ਇੱਕ ਮੁਸਲਮਾਨਾਂ ਦੇ ਰਹਿਣ ਲਈ, ਇੱਕ ਹਿੰਦੂਆਂ ਦੇ ਰਹਿਣ ਲਈ। ਧਾਰਮਿਕ ਕੱਪੜੇ ਪਾਉਂਦਾ ਹੈ, ਕੋਲ ਗੁੰਡੇ ਰੱਖੇ ਹੋਏ ਨੇ। ਜਿਹੜਾ ਵੀ ਮੁਸਾਫਰ ਹੁੰਦਾ ਬੜੀ ਆਓ ਭਗਤ ਕਰਦਾ ਹੈ, ਰੋਟੀ ਪਾਣੀ ਦਿੰਦਾ, ਰਾਤ ਨੂੰ ਰਹਿਣ ਲਈ ਬਿਸਤਰਾ ਕੱਪੜੇ ਦਿੰਦਾ, ਮੰਜਾ ਦਿੰਦਾ। ਰਹੋ ਜੀ। ਗੱਲਾਂ ਬਾਤਾਂ 'ਚ ਪਤਾ ਕਰ ਲੈਂਦਾ ਕਿ ਇਹ ਅਮੀਰ ਹੈ, ਇਸ ਦੇ ਕੋਲ ਮਾਇਆ ਹੈ। ਆਪਣੇ ਪੁੱਛ ਲੈਂਦਾ, ਤੁਸੀਂ ਸਵੇਰੇ ਕਿੱਥੇ ਜਾਣਾ ਜੀ? ਅਗਲਾ ਦੱਸ ਹੀ ਦਿੰਦਾ, ਅਗਲਾ ਦੱਸ ਹੀ ਮੈਂ ਕਿੱਥੇ ਜਾਣਾ। ਆਪਣੇ ਬੰਦੇ ਰਾਹ 'ਚ ਗੁੰਡੇ ਖੜ੍ਹੇ ਕਰਦੇ ਨੇ ਵੀ ਇਹਦੀ ਪਹਿਚਾਣ ਕਰ ਲਓ। ਇਹ ਜਦੋਂ ਆਊਗਾ, 2-4 ਮਾਰੋ ਡਾਂਗਾ, ਲੁੱਟ ਲਓ ਇਹਨੂੰ। ਐਂ ਲੁੱਟ ਲਿਆ ਕਰਦਾ ਸੀ, ਅਤੇ ਉਹਨੂੰ ਪਤਾ ਵੀ ਨਹੀਂ ਸੀ ਲੱਗਣ ਦਿੰਦਾ ਕਿ ਇਹ ਜਿਹੜੇ ਗੁੰਡੇ ਨੇ ਸੱਜਣ ਠੱਗਦੇ ਨੇ, ਪਤਾ ਵੀ ਨਹੀਂ ਲੱਗਣ ਦਿੰਦਾ। ਹੁਣ ਗੁਰੂ ਨਾਨਕ ਦੇ ਜਾਣੀ ਜਾਣ ਸਨ ਕਿ ਬੰਦਾ ਧਾਰਮਿਕ ਨਹੀਂ, ਇਹ ਤਾਂ ਪਖੰਡੀ ਹੈ। ਇਹਨੇ ਧਾਰਮਿਕ ਪਹਿਰਾਵਾ ਪਾ ਰੱਖਿਆ ਹੈ, ਦੇਖਣ ਨੂੰ ਧਾਰਮਿਕ ਕਰਮ ਕਰ ਰਿਹਾ ਹੈ, ਪਰ ਅੰਦਰੋਂ ਇਹ ਧਾਰਮਿਕ ਨਹੀਂ ਹੈ, ਇਹ ਤਾਂ ਬੇਈਮਾਨ ਹੈ। ਗੁਰੂ ਮਹਾਰਾਜ ਜਾ ਕੇ ਉਸ ਨੂੰ ਠੱਗੀਆਂ ਤੋਂ ਹਟਾਤਾ। ਠੱਗੀ ਜਦੋਂ ਨੇ ਤੋਬਾ ਕਰ ਲਈ ਹੈ ਕਿ ਮੈਂ ਅੱਗੇ ਤੋਂ ਕਿਸੇ ਨਾਲ ਠੱਗੀ ਨਹੀਂ ਕਰਾਂਗਾ, ਫਿਰ ਗੁਰੂ ਮਹਾਰਾਜ ਨੇ ਉਹਨੂੰ ਗੁਰਮੰਤਰ ਦਿੱਤਾ, ਉਹਦੇ ਪਿਛਲੇ ਔਗਣ ਬਖਸ਼ਤੇ, ਉਹਦੇ ਪਿਛਲੇ ਔਗਣ ਬਖਸ਼ਤੇ, ਕਿਉਂਕਿ ਤੋਬਾ ਕਰ ਲੈ ਵੀ ਅੱਗੇ ਤੋਂ ਨਹੀਂ ਕਰਦਾ।
ਕਿਉਂਕਿ ਜਦੋਂ ਮਨੁੱਖ ਤੋਬਾ ਕਰ ਦਿੰਦਾ ਹੈ, ਅੱਗੇ ਤੋਂ ਗਲਤੀ ਨਹੀਂ ਕਰਦਾ, ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਪਰਮਾਤਮਾ ਉਹਦੇ ਪਿਛਲੇ ਕੀਤੇ ਪਾਪਾਂ ਨੂੰ ਮਾਫ ਕਰ ਦਿੰਦਾ ਹੈ। ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ, ਪਿਛਲੇ ਔਗਣ ਬਖਸ਼ ਦਿੰਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜਿਹੜਾ ਉਹਦੀ ਸ਼ਰਨ 'ਚ ਆ ਗਿਆ ਕਿ ਸੱਚੇ ਪਾਤਸ਼ਾਹ ਮੈਂ ਅਗਿਆਨੀ ਸੀ ਜਾਂ ਮੈਂ ਬੇਈਮਾਨ ਸੀ, ਮੈਂ ਆਹ ਕੁਛ ਕਰਦਾ ਰਿਹਾ, ਤੈਨੂੰ ਸਾਰਾ ਪਤਾ ਹੈ। ਹੇ ਪਰਮਾਤਮਾ ਤੇਰੇ ਤੋਂ ਕੁਛ ਛੁਪਿਆ ਹੋਇਆ ਨਹੀਂ ਹੈ। ਜਿਨ੍ਹਾਂ ਤੋਂ ਮੈਂ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਤਾਂ ਮੇਰੀ ਕਿਸਮਤ ਹੀ ਨਹੀਂ ਲਿਖਣੀ, ਮੇਰੇ ਕਰਮ ਤੇ ਤੂੰ ਲਿਖਣੇ ਨੇ, ਤੇ ਤੂੰ ਜਾਣੀ ਜਾਣ ਹੈ। ਤੈਨੂੰ ਮੇਰਾ ਪਤਾ ਮੈਂ ਕੀ ਕਰਦਾ ਰਿਹਾ, ਪਰ ਅੱਜ ਮੈਨੂੰ ਸੋਝੀ ਆ ਗਈ ਹੈ। ਮੈਂ ਅੱਜ ਤੋਂ ਵਾਅਦਾ ਕਰਦਾ ਹਾਂ ਕਿ ਮੁੜ ਕੇ ਗਲਤ ਕੰਮ ਨਹੀਂ ਕਰਾਂਗਾ, ਤੇਰਾ ਨਾਮ ਜਪਾਂਗਾ, ਮੈਨੂੰ ਮਾਫ ਕਰ ਦੇ। ਤੇ ਬੰਦਾ ਜੇ ਮੁੜ ਕੇ ਗਲਤੀ ਨਾ ਕਰੇ ਅਤੇ ਨਾਮ ਜਪਣਾ ਸ਼ੁਰੂ ਕਰ ਦੇ, ਫਿਰ ਪਰਮਾਤਮਾ ਉਸ ਨੂੰ ਮਾਫ ਕਰ ਦਿੰਦਾ ਹੈ। ਫਿਰ ਉਹਨੂੰ ਪਾਪਾਂ ਦੀ ਸਜ਼ਾ ਨਹੀਂ ਮਿਲਦੀ, ਨਹੀਂ ਤੇ ਫਿਰ ਪਾਪਾਂ ਦੀ ਸਜ਼ਾ ਤਾਂ ਮਿਲਣੀ ਹੀ ਮਿਲਣੀ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ, ਮੈਂ ਜਿੱਥੇ ਜਿੱਥੇ ਵੀ ਗਿਆ ਬੜੇ ਮੈਂ ਕੌਤਕ ਵੇਖੇ, ਬੜੇ ਰੰਗ ਤਮਾਸ਼ੇ ਵੇਖੇ, ਪਰ ਮੈਂ ਦੇਖਿਆ ਉੱਥੇ ਤਾਂ ਰੱਬ ਦਾ ਪਿਆਰਾ ਹੀ ਕੋਈ ਨਹੀਂ ਸੀ। ਇਸ ਲਈ ਮੇਰੇ ਲਈ ਤਾਂ ਉਹ ਸਾਰਾ ਜਿਹੜਾ ਰੰਗ ਤਮਾਸ਼ਾ ਸੀ ਉਹ ਇਸ ਤਰ੍ਹਾਂ ਸੀ ਜਿਵੇਂ ਉਜਾੜ ਹੋਵੇ। ਭਾਵੇਂ ਉਹ ਵਸੋਂ ਸੀ, ਲੋਕ ਸਨ, ਮੌਜ ਮੇਲਾ ਕਰਦੇ ਵਿਖਾਈ ਦੇ ਰਹੇ ਸਨ, ਪਰ ਕਿਉਂਕਿ ਉਹਨਾਂ 'ਚ ਭਜਨ ਬੰਦਗੀ ਕਰਨ ਵਾਲਾ ਕੋਈ ਨਹੀਂ ਸੀ, ਇਸ ਲਈ ਮੈਨੂੰ ਉਹ ਥਾਂ ਉਜਾੜ ਲੱਗੀ। ਉਜਰ ਮੇਰੇ ਭਾਏ ਮੇਰੇ ਭਾਵਨੇ, ਭਾਵ ਮੇਰੇ ਭਾਣੇ ਉਹ ਉਜਾੜ ਹੈ, ਉਜਾੜ। ਕਬੀਰ ਸੰਤਨ ਕੀ ਝੁੰਗੀਆ ਭਲੀ, ਪਾਠਕ ਕੁਸਤੀ ਗਾਉਂ। ਇਹਨੂੰ ਕੁਸ਼ਤੀ ਨਹੀਂ ਪੜ੍ਹਦੇ ਨਾ, ਸੱਸੇ ਤੇ ਅਧਕ ਲਾ ਕੇ ਪੜ੍ਹਨਾ। ਸੱਤ ਦਾ ਉਲਟ ਹੁੰਦਾ ਕੁਸਤ ਜਾਂ ਅਸਤ। ਸਤ ਦੇ ਵਿਰੋਧੀ ਦੋ ਸ਼ਬਦ ਨੇ, ਇੱਕ ਹੈ ਅਸਤ ਜੋ ਸਤ ਨਾ ਹੋਵੇ, ਇੱਕ ਹੈ ਕੁਸਤ ਜੋ ਸਤ ਨਾ ਹੋਵੇ। ਪਾਠਕ ਕੁਸਤੀ ਗਾਉਂ, ਗਾਉਂ ਮੈਨੇ ਪਿੰਡ। ਔਰ ਤੁਹਾਡਾ ਕਿਹੜਾ ਗਾਉਂ ਹੈ ਜੀ? ਪਿੰਡ ਨੂੰ ਕਹਿੰਦੇ ਨੇ, ਆਬਾਦੀ। ਕਹਿੰਦੇ ਕਬੀਰ ਸੰਤਨ ਕੀ ਝੁੰਗੀਆ ਭਲੀ। ਸੰਤਨ ਦਾ ਝੌਂਪੜੀ ਵੀ ਚੰਗੀ ਹੈ। ਸੰਤਾਂ ਦੀ ਝੌਂਪੜੀ ਕਹਿੰਦੇ ਨਾਸਤਕ ਕੁਸਤ, ਜੋ ਨਾਸਤਕ ਬੰਦਾ ਹੈ, ਉਹਦੇ ਪਿੰਡ ਨਾਲੋਂ, ਉਹਦੇ ਪੱਕੇ ਘਰਾਂ ਨਾਲੋਂ ਸਾਧੂ ਦੀ ਝੁੱਗੀ ਝੌਂਪੜੀ ਚੰਗੀ ਹੈ। ਸਵਾਲ ਪੈਦਾ ਕਿਉਂ? ਸਾਧੂ ਨਾਮ ਜਪਦਾ ਹੈ। ਜਿੱਥੇ ਨਾਮ ਜਪਿਆ ਜਾਂਦਾ ਨਾ, ਅਸਲ ਉਹੀ ਥਾਂ ਹੁੰਦੀ। ਸੰਤਾਂ ਦੀ ਝੁੱਗੀ ਝੁੰਗੀ ਲਿਖੇ, ਝੁੱਗੀ ਝੌਂਪੜੀ ਜਿਹਨੂੰ ਕਹਿੰਦੇ। ਸੰਤਾਂ ਦੀ ਝੌਂਪੜੀ ਭਲੀ ਹੈ ਨਾਸਤਕ ਦੇ ਪਿੰਡ ਨਾਲੋਂ, ਨਾਸਤਕ ਦੇ ਪੱਕੇ ਘਰਾਂ ਨਾਲੋਂ ਸੰਤਾਂ ਦੀ ਝੌਂਪੜੀ ਚੰਗੀ ਹੈ। ਕਿਉਂਕਿ ਨਾਸਤਕ ਪੱਕੇ ਘਰਾਂ 'ਚ ਰਹਿ ਕੇ ਭਜਨ ਬੰਦਗੀ ਨਹੀਂ ਕਰਦਾ, ਅਤੇ ਸਾਧੂ ਝੌਂਪੜੀ 'ਚ ਬੈਠ ਕੇ ਵੀ ਭਜਨ ਬੰਦਗੀ ਕਰਦਾ ਹੈ। ਇਸ ਲਈ ਉਹ ਝੌਂਪੜੀ ਭਾਗਾਂ ਲਈ ਹੈ, ਉਹ ਝੌਂਪੜੀ ਹੀ ਭਾਗਾਂ ਵਾਲੀ ਹੋ ਜਾਂਦੀ ਹੈ। ਆਗ ਲੱਗੋ ਤਿਹ ਧੌਲ ਹਰ, ਜਿਹ ਨਾਹੀਂ ਹਰ ਕੋ ਨਾਉ। ਧੌਲ ਹਰ ਹੁੰਦਾ ਮਹਿਲ ਮਾੜੀਆਂ, ਉੱਚੇ ਉੱਚੇ ਘਰ। ਉਹਨਾਂ ਮਹਿਲ ਮਾੜੀਆਂ ਨੂੰ ਅੱਗ ਲੱਗ ਜਾਣੀ ਚਾਹੀਦੀ ਹੈ ਜਿਨ੍ਹਾਂ ਮਹਿਲ ਮਾੜੀਆਂ 'ਚ ਕੋਈ ਨਾਮ ਜਪਣ ਵਾਲੇ ਨਹੀਂ ਰਹਿੰਦਾ। ਜਿਸ ਵੱਡੇ ਸਾਰੇ ਕੋਠੀ ਦੇ ਵਿੱਚ
ਕੋਈ ਨਾਮ ਹੀ ਨਹੀਂ ਜਪਦਾ, ਕਹਿੰਦੇ ਇਹੋ ਜਿਹੀ ਕੋਠੀ ਨੂੰ ਅੱਗ ਲੱਗ ਜਾਣੀ ਚਾਹੀਦੀ ਹੈ। ਕੀ ਕਰਾਉਣਾ ਕਹਿੰਦੇ ਇਸ ਕੋਠੀ ਦਾ। ਪਰਮਾਤਮਾ ਨੇ ਇੰਨਾ ਵਧੀਆ ਘਰ ਦਿੱਤਾ ਵੀ ਲੈ ਭਰਾਵਾ ਤੈਨੂੰ ਸਾਰੇ ਸੁੱਖ ਦਿੱਤੇ, ਹੁਣ ਬੈਠ ਕੇ ਨਾਮ ਜਪ। ਇਹ ਨਾਮ ਨਹੀਂ ਜਪਦਾ। ਕਹਿੰਦੇ ਇਹੋ ਜਿਹੀ ਕੋਠੀ, ਇਹੋ ਜਿਹੇ ਮਹਿਲ ਮਾੜੀਆਂ ਨੂੰ ਅੱਗ ਲੱਗ ਜਾਣੀ ਚਾਹੀਦੀ। ਕੀ ਕਰਾਉਣਾ ਕਹਿੰਦੇ ਇਹਨਾਂ ਤੋਂ। ਇਹ ਵਿਅਰਥ ਨੇ, ਇਹ ਵਿਅਰਥ ਨੇ। ਕਬੀਰ ਸਾਹਿਬ ਇਹ ਨਹੀਂ ਕਹਿੰਦੇ ਕਿ ਤੁਸੀਂ ਮਹਿਲ ਮਾੜੀ 'ਚ ਨਾ ਰਹੋ, ਇਹ ਭਾਵ ਨਹੀਂ ਉਹਨਾਂ ਦਾ ਵੀ ਝੁੱਗੀਆਂ 'ਚ ਹੀ ਰਹੋ ਜੀ, ਨਹੀਂ। ਬੜੀ ਖੁਸ਼ੀ ਨਾਲ ਮਹਿਲ ਮਾੜੀਆਂ 'ਚ ਰਹੋ, ਪਰ ਜੇ ਤਾਂ ਤੁਸੀਂ ਨਾਮ ਜਪਦੇ ਹੋ ਫਿਰ ਤੇ ਉਹ ਮਹਿਲ ਮਾੜੀ ਹੈਗੀ ਪਵਿੱਤਰ, ਨਹੀਂ ਤੇ ਕਹਿੰਦੇ ਉਸ ਮਹਿਲ ਮਾੜੀ ਤੋਂ ਕੀ ਕਰਾਉਣਾ। ਇਹੋ ਜਿਹੀ ਮਹਿਲ ਮਾੜੀ ਸੜ ਜਾਣੀ ਚਾਹੀਦੀ ਹੈ ਜਿੱਥੇ ਕੋਈ ਭਜਨ ਬੰਦਗੀ ਵਾਲਾ ਹੀ ਨਹੀਂ ਰਹਿੰਦਾ। ਹਰ ਘਰ 'ਚ ਘੱਟ ਤੋਂ ਘੱਟ ਇੱਕ ਬੰਦਾ ਜ਼ਰੂਰ ਭਜਨ ਬੰਦਗੀ ਵਾਲਾ ਚਾਹੀਦਾ, ਨਹੀਂ ਤੇ ਭੂਤ ਵਾੜਾ ਹੋ ਜਾਏਗਾ, ਨਹੀਂ ਤੇ ਭੂਤ ਵਾੜਾ ਹੋ ਜਾਏਗਾ। ਜਿਸ ਘਰ 'ਚ ਕੋਈ ਵੀ ਭਜਨ ਬੰਦਗੀ ਨਹੀਂ ਕਰਦਾ ਉੱਥੇ ਬੰਦੇ ਨਹੀਂ ਰਹਿੰਦੇ। ਗੁਰਬਾਣੀ ਕਹਿੰਦੀ ਉੱਥੇ ਭੂਤ ਪ੍ਰੇਤ ਰਹਿੰਦੇ, ਉੱਥੇ ਬੰਦੇ ਨਹੀਂ ਰਹਿੰਦੇ, ਭੂਤ ਪ੍ਰੇਤ ਉੱਥੇ ਰਹਿੰਦੇ ਨੇ। ਅੱਗੇ ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਖਿਆਲ ਰੱਖਣਾ, ਇਹ 99% ਪਾਠੀ ਨੂੰ ਬੋਲਦੇ ਗ੍ਰਹਿ ਜਾਏ। ਇਹ ਹਿੰਦੀ ਦਾ ਸ਼ਬਦ ਹੈ। ਆਪਾਂ ਪੰਜਾਬੀ ਕਹਿੰਦੇ ਘਰ, ਹਿੰਦੀ 'ਚ ਵੀ ਕਹਿੰਦੇ ਘਰ। ਇਹ ਮੇਰਾ ਘਰ ਹੈ, ਪਰ ਹਿੰਦੀ 'ਚ ਘਰ ਦਾ ਦੂਜਾ ਸ਼ਬਦ ਹੈ ਗ੍ਰਹਿ। ਗ੍ਰਹਿ ਨਹੀਂ। ਹਾਂ ਕਿ ਜੀ ਫਲਾਣੀ ਤਰੀਕ ਨੂੰ ਅਸੀਂ ਗ੍ਰਹਿ ਪ੍ਰਵੇਸ਼ ਕਰਨਾ ਹੈ, ਵਰਤੀ ਹਿੰਦੀ। ਪ੍ਰਵੇਸ਼ ਵੀ ਤਾਂ ਹਿੰਦੀ ਦਾ ਸ਼ਬਦ ਹੀ ਹੈ, ਪ੍ਰਵੇਸ਼ ਵੀ ਹਿੰਦੀ ਦਾ ਸ਼ਬਦ ਹੈ। ਪਰ ਇਹ ਗਿਆਨ ਨਹੀਂ ਕਿ ਗ੍ਰਹਿ ਨਹੀਂ ਹੁੰਦਾ ਘਰ, ਗ੍ਰਹਿ ਹੁੰਦਾ ਗ੍ਰਹਿ। ਗ੍ਰਹਿ ਤੋਂ ਬਣੀ ਗ੍ਰਸਥੀ। ਇਹ ਬੰਦਾ ਗ੍ਰਸਥੀ ਹੈ, ਘਰ-ਬਾਰ ਵਾਲਾ ਹੈ। ਆਪਾਂ ਗ੍ਰਸਥੀ ਨਹੀਂ ਕਹਿੰਦੇ। ਜੇ ਘਰ ਗ੍ਰਹਿ ਹੁੰਦਾ ਤਾਂ ਫਿਰ ਘਰ 'ਚ ਰਹਿਣ ਵਾਲੇ ਨੂੰ ਆਪਾਂ ਕਹਿੰਦੇ ਗ੍ਰਸਥੀ, ਪਰ ਨਹੀਂ, ਆਪਾਂ ਕਹਿੰਦੇ ਬੰਦਾ ਗ੍ਰਸਥੀ ਹੈ, ਪਰਿਵਾਰ ਵਾਲਾ ਹੈ, ਘਰ-ਬਾਰ ਵਾਲਾ ਹੈ। ਇਸ ਲਈ ਨੂੰ ਗ੍ਰਹਿ ਪੜ੍ਹਨਾ। ਖਿਆਲ ਰੱਖਣਾ ਅੱਗੇ ਤੋਂ। ਕਈ ਵਾਰੀ ਮੂੰਹ 'ਤੇ ਸ਼ਬਦ ਚੜ੍ਹ ਜਾਂਦਾ, ਪੱਕ ਜਾਂਦਾ। ਉਹ ਗਿਆਨ ਹੋਣ ਦੇ ਬਾਵਜੂਦ ਵੀ ਜਦੋਂ ਪੜ੍ਹਦਾ ਉਹੀ ਫਿਰ ਮੁੜ ਕੇ ਗ੍ਰਹਿ ਬੋਲਦਾ ਹੈ। ਇਹਨੇ ਚਿਰ ਉਹ ਲਾਈਨ ਲੰਘ ਜਾਂਦੀ ਹੈ। ਮੰਨ ਲਓ ਅਖੰਡ ਪਾਠ ਕਰ ਰਹੇ ਹੋ, ਉੱਥੇ ਗ੍ਰਹਿ ਬੋਲਿਆ ਗਿਆ ਹੈ, ਇਹ ਲਾਈਨ ਹੀ ਲੰਘ ਗਈ ਹੈ। ਦੁਬਾਰਾ ਕੋਈ ਨਹੀਂ ਕਰੈਕਟ ਕਰਦਾ ਵੀ ਪਤਾ ਲੱਗੇ ਗਲਤ ਬੋਲਿਆ ਗਿਆ, ਇਸ ਲਾਈਨ ਨੂੰ ਦੁਬਾਰਾ ਪੜ੍ਹ ਲਈਏ। ਉਹ ਬਹੁਤ ਘੱਟ ਲੋਕ ਹੁੰਦੇ ਨੇ। ਪਹਿਲਾਂ ਹੀ ਧਿਆਨ ਨਾਲ ਪੜ੍ਹਨਾ ਚਾਹੀਦਾ। ਸਾਵਧਾਨ ਇਕਾਗਰ ਚੀਤ ਕਹਿਣਾ, ਸਾਵਧਾਨ ਹੋ ਕੇ ਪੜ੍ਹਨਾ ਹੈ, ਇਕਾਗਰ ਚਿਤ ਹੋ ਕੇ ਪੜ੍ਹਨਾ ਹੈ, ਭਾਵ ਧਿਆਨ ਨਾਲ ਪੜ੍ਹਨਾ। ਅਤੇ ਜਦੋਂ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਨੂੰ ਗਿਆਨ ਹੋਏਗਾ ਕਿ ਗੱਗੇ ਦੇ ਪੈਰ 'ਚ ਜਿਹੜਾ ਰਾਰਾ ਲੱਗਾ ਹੈ, ਇਹ ਗੱਗੇ ਦੀ ਸਿਹਾਰੀ ਉਸ ਰਾਰੇ ਨਾਲ ਜਾ ਕੇ ਬੋਲਦੀ ਹੈ। ਜਿਸ ਅੱਖਰ ਦੇ ਹੇਠਾਂ ਰਾਰਾ ਲੱਗਾ ਹੋਇਆ ਹੈ, ਉਸ ਅੱਖਰ ਨੂੰ ਜਿਹੜੀ ਸਿਹਾਰੀ ਲੱਗੀ ਹੋਈ ਹੈ, ਉਹ ਰਾਰੇ ਦੇ ਨਾਲ ਜਾ ਕੇ ਬੋਲੇਗੀ। ਤਾਂ ਹੋ ਗਿਆ ਗੱਗਾ, ਰਾਰੇ ਨੂੰ ਸਿਹਾਰੀ, ਹਾ ਕੀ ਬਣ ਗਿਆ? ਗ੍ਰਹਿ। ਕੀ ਬਣ ਗਿਆ? ਗ੍ਰਹਿ। ਗ੍ਰਹਿ ਮੈਨੇ ਹਿੰਦੀ ਦਾ ਸ਼ਬਦ ਹੈ ਘਰ। ਕਬੀਰ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ।
ਤੁਸੀਂ 90% ਜਿਹੜੇ ਇਸ ਵੇਲੇ ਕਥਾ ਸੁਣ ਰਹੇ ਹੋ ਮੇਰੇ ਵਿਦਿਆਰਥੀ ਹੋ। ਮੈਂ ਨਿਰੀ ਕਥਾ ਨਹੀਂ ਕਰ ਰਿਹਾ, ਮੈਂ ਤੇ ਤੁਹਾਨੂੰ ਸੰਥਿਆ ਦੇ ਰਿਹਾ ਅਰਥਾਂ ਸਮੇਤ। ਐਂ ਸਮਝੋ, ਬਸ ਐਂ ਸਮਝੋ ਵੀ ਬਾਬਾ ਜੀ ਸਾਨੂੰ ਅਰਥਾਂ ਸਮੇਤ ਸੰਥਿਆ ਦੇ ਰਹੇ ਨੇ, ਸ਼ੁੱਧ ਪਾਠ ਸਿਖਾ ਰਹੇ ਹਨ। ਮੇਰਾ ਨਿਰਾ ਉਦੇਸ਼ ਅਰਥ ਕਰਨਾ ਨਹੀਂ ਹੈ। ਮੈਂ ਚਾਹੁੰਦਾ ਮੇਰੇ ਵਿਦਿਆਰਥੀ ਸ਼ੁੱਧ ਪਾਠ ਕਰਨ, ਨਾਲ ਉਹਨਾਂ ਨੂੰ ਅਰਥ ਵੀ ਆ ਜਾਣ, ਤਾਂ ਜੋ ਉਹਨਾਂ ਨੂੰ ਪਾਠ ਕਰਨ 'ਚ ਆਨੰਦ ਆਵੇ। ਇਹ ਸਮਝਣਾ ਤੁਸੀਂ ਵੀ ਇਹ ਤੁਹਾਡੀ ਸੰਥਿਆ ਹੋ ਰਹੀ ਹੈ, ਨਾਲ ਨਾਲ ਅਰਥ ਹੋ ਰਹੇ ਹਨ। ਤੁਹਾਨੂੰ ਸੰਥਿਆ ਦਿੱਤੀ ਜਾ ਰਹੀ ਹੈ ਕਿ ਜਿਸ ਕਿਸੇ ਨੂੰ ਪਾਠ ਨਹੀਂ ਆਉਂਦਾ ਉਹ ਧਿਆਨ ਨਾਲ ਆਪਣੇ, ਜੇ ਪੋਥੀ ਹੈ ਪੋਥੀ ਤੋਂ ਵੇਖਦੇ ਜਾਓ, ਨਹੀਂ ਤੇ ਮੋਬਾਈਲਾਂ ਦੇ ਵਿੱਚ ਸਾਰਾ ਗੁਰੂ ਗ੍ਰੰਥ ਰਿਕਾਰਡ ਕੀਤਾ ਹੁੰਦਾ, ਉਹ ਤੋਂ ਵੇਖ ਲਓ, ਤਾਂ ਜੋ ਤੁਹਾਡਾ ਪਾਠ ਸ਼ੁੱਧ ਹੋ ਜਾਵੇ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪਰੇ, ਜੋ ਹਟੈ ਹਾਟ ਬਿਕਾਏ। ਸੰਤ ਦੇ ਮਰਨ ਤੇ ਕੀ ਰੋਣੇ, ਉਹ ਤੇ ਸਰੀਰ ਤਿਆਗ ਕੇ ਆਪਣੇ ਘਰ ਜਾ ਰਿਹਾ ਹੈ, ਉਹ ਤੇ ਆਪਣੇ ਘਰ ਜਾ ਰਿਹਾ ਹੈ। ਸਾਡਾ ਪਤਾ ਘਰ ਕਿਹੜਾ ਹੈ? ਜੇ ਕਿਸੇ ਨੂੰ ਪੁੱਛੋ ਤੇਰੇ ਘਰ ਕਿਹੜਾ ਹੈ, ਉਹ ਕਹਦੇ ਹਾਊਸ ਨੰਬਰ 108 ਨਿਊ ਮੇਰ ਸਿੰਘ ਕਲੋਨੀ। ਇਹ ਕਹਦੇ ਸੰਤ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ 18 ਕੁ ਸਾਲ ਦੇ ਸਨ ਜਦੋਂ ਪਹਿਲੀ ਵਾਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਕੋਲੇ ਲੈ ਕੇ ਆਏ। ਉਹਨਾਂ ਦੇਖਦੇ ਹੀ ਦੇਖਿਆ ਮਹਾਂਪੁਰਖਾਂ ਨੇ ਕਿ ਇਹ ਬੱਚਾ ਤਾਂ ਬਹੁਤ ਭਜਨ ਬੰਦਗੀ ਕਰਨ ਵਾਲਾ ਹੈ। ਸੰਗਤ ਬੈਠੀ ਹੈ, ਬੱਚਾ ਖੜਾ ਹੈ। ਮਹਾਂਪੁਰਖ ਕਹਿੰਦੇ ਕਾਕਾ ਤੇਰਾ ਕੀ ਨਾਂ ਹੈ? ਨਹੀਂ। ਮਹਾਂਪੁਰਖ ਕਹਿੰਦੇ ਕਾਕਾ ਤੂੰ ਕੌਣ ਹੈ? ਕਹਿੰਦੇ ਮੈਂ ਚੁੱਪ। ਆਪ ਹੀ ਆਪਣਾ ਜੀਵਨ ਲਿਖ ਰਹੇ ਨੇ ਸੰਤ ਵਰਿਆਮ ਸਿੰਘ ਜੀ। ਕਿ ਮੈਨੂੰ ਕਹਿੰਦੇ ਕਾਕਾ ਤੂੰ ਕੌਣ ਹੈ? ਮੈਂ ਚੁੱਪ। ਉਹਨਾਂ ਫਿਰ ਪੁੱਛਿਆ ਕਾਕਾ ਤੂੰ ਕੌਣ ਹੈ? ਕੋਲੋਂ ਲੋਕ ਕਹਿੰਦੇ ਕਾਕਾ ਆਪਣਾ ਨਾਮ ਦੱਸ ਦੇ। ਮਹਾਂਪੁਰਖਾਂ ਝਿੜਕਦਾ ਕਿ ਤੁਹਾਨੂੰ ਨਹੀਂ ਪਤਾ ਮੈਂ ਕੀ ਪੁੱਛ ਰਿਹਾ, ਤੁਸੀਂ ਚੁੱਪ ਰਹੋ। ਲੋਕ ਸਾਰੇ ਚੁੱਪ ਕਰ ਗਏ। ਹਾਂ ਕਹਿੰਦੇ ਕਾਕਾ ਤੂੰ ਕੌਣ ਹੈ? ਕਹਿੰਦੇ ਮਹਾਰਾਜ ਜੀ ਇਹ ਤੇ ਮੈਨੂੰ ਪਤਾ ਮੈਂ ਕੌਣ ਹਾਂ, ਪਰ ਮੈਨੂੰ ਦੱਸਣਾ ਨਹੀਂ ਆਉਂਦਾ, ਮੈਨੂੰ ਦੱਸਣਾ ਨਹੀਂ ਆਉਂਦਾ ਮੈਂ ਕੌਣ। ਕਹਿੰਦੇ ਮੈਂ ਪਿੱਛੇ 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 ਜੀਵਨ ਆਪਣੇ ਦੇਖੀ ਗਿਆ ਦੇਖੀ ਗਿਆ ਦੇਖੀ ਗਿਆ ਦੇਖੀ ਗਿਆ, ਜਿੱਥੋਂ ਮੇਰਾ ਮਨੁੱਖਾ ਜੀਵਨ ਸ਼ੁਰੂ ਹੋਇਆ ਸੀ ਉੱਥੋਂ ਤੱਕ ਮੈਂ ਪਹੁੰਚ ਗਿਆ। ਕਹਿੰਦੇ ਮੈਨੂੰ ਇਹ ਤੇ ਪਤਾ ਮੈਂ ਕੌਣ ਹਾਂ, ਪਰ ਮੈਨੂੰ ਦੱਸਣਾ ਨਹੀਂ ਆਉਂਦਾ। ਉਹਨਾਂ ਲਿਖਿਆ ਮਹਾਂਪੁਰਖਾਂ ਨੇ, ਸੰਤ ਈਸ਼ਰ ਸਿੰਘ ਮਹਾਰਾਜ ਨੇ ਆਪਣੀ ਅੱਖਾਂ ਬੰਦ ਕਰ ਲਈਆਂ, ਬਹੁਤ ਸਮੇਂ ਬਾਅਦ ਅੱਖਾਂ ਖੋਲ੍ਹੀਆਂ। ਕਹਿੰਦੇ ਅੱਜ ਪਹਿਲੀ ਵਾਰ ਇੱਕ ਸੁਹਾਗਣ ਨੂੰ ਦੂਜੀ ਸੁਹਾਗਣ ਮਿਲੀ ਹੈ, ਇੱਕ ਰੱਬ ਵਾਲੇ ਨੂੰ ਦੂਜਾ ਰੱਬ ਵਾਲਾ ਮਿਲਿਆ। ਕਹਿੰਦੇ ਕਾਕਾ ਤੇਰਾ ਸਿਰਫ ਇੱਕੋ ਕਦਮ ਰਹਿੰਦਾ ਪੁੱਟਣ ਵਾਲਾ, ਬਸ ਉਹ ਇਸ ਜ਼ਿੰਦਗੀ 'ਚ ਪੁੱਟ ਲੈ, ਫਿਰ ਤੈਨੂੰ ਦੁਬਾਰਾ ਇਸ ਸੰਸਾਰ 'ਤੇ ਨਹੀਂ ਆਉਣਾ ਪਏਗਾ। ਤੂੰ ਜਿੱਥੋਂ ਆਏ ਉੱਥੇ ਹੀ ਚਲਾ ਜਾਏਗਾ। ਅਸੀਂ ਆਏ ਪਰਮਾਤਮਾ ਕੋਲੋਂ। ਅਸਲ ਸਾਡਾ ਘਰ ਸੱਚਖੰਡ ਹੈ। ਜੋ ਮਾਂ ਬਾਪ ਦਾ ਘਰ ਹੁੰਦਾ ਬੱਚੇ ਦਾ ਅਸਲ 'ਚ ਉਹੀ ਘਰ ਹੁੰਦਾ ਨਾ, ਉਹੀ ਘਰ ਹੁੰਦਾ। ਅਤੇ ਸਾਡਾ ਮਾਂ ਬਾਪ ਭੈਣ ਭਰਾ ਰਿਸ਼ਤੇਦਾਰ
ਉਹ ਪਰਮਾਤਮਾ ਹੈ। ਪੰਚਮ ਪਾਤਸ਼ਾਹ ਪਰਮਾਤਮਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ। हे परमात्मा, तू मेरा पिता है, तू मेरी माँ है, तू मेरा भरा है, तू मेरा रिश्तेदार है, तू मेरा रख है, मेरा तू सब कुछ है। सो जिथों असी आए हैं वापस उत्थे जाना, उही साडा घर है। परमात्मा दा घर ही असल 'च साडा घर है। जिवें लड़की नूं दस्सिया जांदा कि धीए अज जिथे तू रह रही है ना, ये असल तेरा घर नहीं है। तेरा घर वो है जिथे तेरा पति होवेगा, तेरा विआह होएगा जिथे तेरा पति होगा। असल तेरा वो घर वो है। ऐस घर तो तू एवें थोड़े जे समय लई ठहरी हुई है, असल तेरा घर वही है। तो अज दियाँ कई कुड़ियाँ महीने बाद ही वो असली घर छड्ड आउंदियां ने ते मुड़ के पुराने घर च आ जांदियां ने। असी भी पुराने घरां च ही रहण दे आदी हो गए हां। असी पता नहीं कदों दे अपने असली घर चों निकले हुए हां। सानू तो याद ही नहीं साडा असली घर है किहड़ा, है किहड़ा। ਜਦੋਂ ਬੰਦਾ ਬਾਣੀ ਪੜ੍ਹਦਾ ਫਿਰ ਉਹਨੂੰ ਪਤਾ ਲੱਗਦਾ ਤੇਰਾ ਅਸਲੀ ਘਰ ਤੇ ਸੱਚਖੰਡ ਹੈ। ਪਰਮਾਤਮਾ ਜਿਹੜਾ ਤੇਰਾ ਪਿਤਾ ਹੈ, ਜਿਹਨੇ ਤੈਨੂੰ ਪੈਦਾ ਕੀਤਾ, ਉਹ ਸੱਚਖੰਡ 'ਚ ਰਹਿੰਦਾ ਹੈ। ਤੂੰ ਉੱਥੋਂ ਆਏ, ਤੂੰ ਉੱਥੇ ਹੀ ਜਾਣਾ। ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਸੰਤ ਮਰਨ ਤੇ ਕੀ ਰੋਣਾ, ਕਿਉਂਕਿ ਤੇ ਮਰਨ ਤੋਂ ਬਾਅਦ ਆਪਣੇ ਘਰ ਚਲਿਆ ਜਾਏਗਾ, अपने घर चले जाए। रोवो साकत बापरे, जो हाटै हाट बिकाए। ये जिहड़े साकत ने, ये जिहड़े मायाधारी ने, जिहड़े परमात्मा ने टुटे हुए हैं, जो नास्तिक हैं, इन्हां विचारिਆਂ ਨੂੰ रोवो। जो हाटै हाट बिकाए, इन्हें हटी हटी विकना है। भाव कदे किसे जूनी च, कदे किसे जूनी च भटकना इन्होंने। रोवो तो इन्हां लई, रोवो इन्हां लई कि हुण अगे भटकणगे, पता नहीं किहड़ी जूनी धक्के खाणगे। संतां दे की रोना है, हुण तां अपने घर जाना, हुण ते सचखंड जाना है। रोना है तो नास्तिकां लई रोवो कि हुण इन्हां दा की बनेगा। जां इन्हां नूं कुੱਟਣਗੇ, पता नहीं किहड़े नरक सुੱਟਣਗੇ, पता नहीं किहड़ी जूनी च पैणगे। कहते इन्हां नूं रोवो, संतां दे मरण ते नहीं रोना, वो ते अपने घर जा रहे हैं। कबीर साकत ऐसा है, जैसे लसन की खान, कोने बैठे खाइए, प्रगट होए निदान। कबीर साकत ऐसा है। नास्तिक इहो जिहा है, जैसे लसन की खान, जैसी लसन की खान। खान हुंदी सब्जी, जिवें लसन की कोई सब्जी बना ले तो भावें तुसीं दूर हो, ਉਹਦੀ ਸਮੈਲ आउंदी तो तुहानूं पता लग जाएगा लसन की सब्जी बनी है। सब्जी बनी, कोई आंडे बना रहा है, गुआंढियां नूं भी पता लग जाए, तड़का लगदा ना भी हाँ ये कोई आंडे ऊंडे बना रहे हैं। कोई पकौड़े तल रहा है, गुआढ़ की सुगंधी चली जाएगी, गुआढ़ी अज पकौड़े पका रहे हैं। इस तरह कहते हैं साकत जिहड़ा नास्तिक जिहड़ा है, ये तो लसन की सब्जी वर्गा है, लसन की तुरी वर्गा है। कोने बैठे खाइए, जे एक पासे हो के भी ये लसन की सब्जी खाइए ना, प्रगट होए निदान। निदान दा अंत नूं पता लग जाता भी ये लसन की सब्जी खा रहे। जिवें तुसीं अंब दा अचार खा लो रोटी नाल,
ਭਾਵੇਂ ਕਿੰਨੀ ਮਗਰ ਕੁਰਲੀ ਕਰ ਲਈ ਕਰ ਲਓ, ਤੁਹਾਡੇ ਮੂੰਹ 'ਚ ਕਿੰਨੀ ਦੇਰ ਉਹ ਸਮੈਲ ਆਉਂਦੀ ਰਹੇਗੀ ਅੰਬ ਦੀ। ਪਿਆਜ਼ ਦੀ ਵੀ ਸਮੈਲ ਆਉਂਦੀ ਰਹਿੰਦੀ ਮੂੰਹ 'ਚੋਂ, ਅੰਬ ਦੇ ਅਚਾਰ ਦੀ ਵੀ ਸਮੈਲ ਆਉਂਦੀ ਰਹਿੰਦੀ ਮੂੰਹ 'ਚੋਂ, ਸ਼ਰਾਬ ਦੀ ਵੀ ਕਿੰਨੀ ਦੇਰ ਸਮੈਲ ਆਉਂਦੀ ਰਹਿੰਦੀ ਹੈ। ਭਾਵੇਂ ਟੁੱਥ ਬਰਸ਼ ਕਰ ਲਓ ਤੁਸੀਂ, ਬੀੜੀ ਸਿਗਰਟ ਪੀਣਾ ਦੇ ਮੂੰਹ 'ਚ ਬਦਬੂ ਆਉਂਦੀ ਰਹਿੰਦੀ ਹੈ। ਜਿੰਨੀ ਮਰਜ਼ੀ ਭਾਵੇਂ ਇਲਾਇਚੀਆਂ ਖਾ ਲਓ, ਪਤਾ ਲੱਗ ਜਾਂਦਾ ਹੈ। ਨਾਸਤਕ ਦਾ ਪਤਾ ਲੱਗ ਜਾਣਾ ਹੈ, ਜਿਵੇਂ ਲਸਣ ਦਾ ਪਤਾ ਲੱਗ ਜਾਂਦਾ ਨਾ, ਇਸੇ ਨਾਸਤਕ ਦਾ ਵੀ ਪਤਾ ਲੱਗ ਜਾਂਦਾ ਹੈ, ਭਾਵੇਂ ਕਿਤੇ ਬੈਠਾ ਹੋਵੇ। ਕਿਉਂ? ਜਦੋਂ ਬੋਲੇਗਾ ਉਦੋਂ ਪਤਾ ਲੱਗੇਗਾ। ਦੇਖਣ ਨੂੰ ਬਗਲਾ ਵੀ ਚਿੱਟਾ ਹੈ, ਬਗਲਾ ਵੀ ਚਿੱਟਾ ਹੈ, ਹੰਸ ਵੀ ਚਿੱਟਾ ਹੈ, ਦੇਖਣ ਨੂੰ ਦੋਨੋਂ ਚਿੱਟੇ ਨੇ। ਪਰ ਜਦੋਂ ਉਹਨਾਂ ਦੇ ਕਰਮ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਿਆ, ਇੱਕ ਤੇ ਹੀਰੇ ਮੋਤੀ ਖਾ ਰਿਹਾ, ਹੰਸਾਂ ਹੀਰੇ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਈ, ਤੇ ਬਗਲਿਆਂ ਦਾ ਕੰਮ ਡੱਡੀਆਂ ਮੱਛੀਆਂ ਖਾਣਾ। ਪਤਾ ਲੱਗਦਾ ਬਗਲਾ। ਕਾਂ ਤੇ ਕੋਇਲ ਦੋਨੋਂ ਹੀ ਕਾਲੇ ਹੁੰਦੇ ਨੇ, ਦੋਨੋਂ ਹੀ ਕਾਲੇ ਹੁੰਦੇ ਨੇ। ਪਰ ਜਦੋਂ ਬੋਲਦੇ ਨੇ ਉਦੋਂ ਪਤਾ ਲੱਗਦਾ ਕਾਂ 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 ਲਾਈ ਹੈ। ਕੋਇਲ ਜਦੋਂ ਬੋਲਦੀ ਹੈ ਲੋਕ ਸੁਣਦੇ ਨੇ ਵੀ ਕਿੰਨੀ ਪਿਆਰੀ ਆਵਾਜ਼ 'ਚ ਬੋਲ ਰਹੀ ਹੈ। ਕਾਂ ਜੇ ਕਾਂ ਕਾਂ ਕਰਦੇ ਲੋਕਾਂ ਤੋਂ ਉਡਾ ਦਿੰਦੇ ਨੇ, ਕਿੱਥੇ ਪਹੁੰਚ, ਚਲੋ ਕਿੱਥੇ ਰੌਲਾ ਪੈ ਜਾਂਦਾ। ਇਸ ਲਈ ਕਈ ਵਾਰੀ ਬਾਹਰੋਂ ਨਹੀਂ ਪਤਾ ਲੱਗਦਾ। ਪੰਜਾਬੀ ਦੀ ਕਹਾਵਤ ਹੈ, ਢੱਕੀ ਰਿੱਝੇ ਕੋਈ ਨਾ ਬੁੱਝੇ। ਉੱਤੇ ਢੱਕਣ ਦਿੱਤਾ ਹੋਇਆ, ਕੋਈ ਦਾਲ ਸਬਜ਼ੀ ਬਣ ਰਹੀ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ। ਜਦੋਂ ਢੱਕਣ ਚੱਕੋਗੇ ਫਿਰ ਸਮੈਲ ਆਏਗੀ, ਪਤਾ ਲੱਗੀ ਹੈ। ਜਦੋਂ ਮਨੁੱਖ ਬੋਲੇਗਾ ਫਿਰ ਪਤਾ ਲੱਗੇਗਾ ਸਿਆਣਾ ਕਿ ਕਮਲਾ ਹੈ। ਬੋਲਣ ਦੇ ਪਤਾ ਲੱਗੇਗਾ ਨਾ, ਉਂਝ ਕੀ ਪਤਾ ਲੱਗੇਗਾ ਵੀ ਸਿਆਣਾ ਹੈ ਕਿ ਕਮਲਾ ਹੈ। ਕਮਲੇ ਨੇ ਤਾਂ ਕਮਲੀਆਂ ਗੱਲਾਂ ਕਰਨੀਆਂ ਅਤੇ ਸਿਆਣੇ ਨੇ ਸਿਆਣੀਆਂ ਗੱਲਾਂ ਕਰਨੀਆਂ, ਉਹਦਾ ਪਤਾ ਲੱਗ ਜਾਂਦਾ। ਤਾਂ ਹੀ ਕਹਿੰਦੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਜੇ ਕੋਈ ਸਾਡੇ ਨਾਲ ਸਫ਼ਰ ਕਰ ਰਿਹਾ ਤਾਂ ਵੀ ਉਹਦਾ ਪਤਾ ਲੱਗਦਾ ਕਿਹੋ ਜਿਹਾ ਬੰਦਾ ਹੈ, ਅਤੇ ਜਾਂ ਜਦੋਂ ਸਾਡਾ ਦਿਨ ਵਾਹ ਪੈਂਦਾ ਹੈ ਫਿਰ ਪਤਾ ਲੱਗਦਾ ਕਿਹੋ ਜਿਹਾ ਹੈ, ਕਿਹੋ ਜਿਹਾ। ਇਸ ਲਈ ਕਬੀਰ ਸਾਹਿਬ ਕਹਿੰਦੇ ਸਾਕਤ ਤਾਂ ਲਸਣ ਦੀ ਖਾਣ ਵਰਗਾ ਹੈ, ਲਸਣ ਦੀ ਸਬਜ਼ੀ ਵਰਗਾ ਹੈ। ਭਾਵੇਂ ਕੋਨੇ 'ਚ ਬਹਿ ਕੇ ਖਾ ਲਓ ਫਿਰ ਵੀ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਲਸਣ ਦੀ ਸਬਜ਼ੀ ਖਾ ਰਿਹਾ ਹੈ। ਇਸੇ ਨਾਸਤਕ ਨੇ ਪ੍ਰਗਟ ਹੋ ਹੀ ਜਾਣਾ। ਸੱਜਣ ਠੱਗ ਕਿੰਨੀ ਦੇਰ ਠੱਗੀਆਂ ਕਰਦਾ ਰਿਹਾ। ਇੱਕ ਵਾਰ ਇੱਕ ਪਰਖਣ ਵਾਲਾ ਆ ਗਿਆ, ਪਾਰਖੂ ਆ ਗਿਆ। ਪਾਰਖੂ ਨੇ ਦੇਖਿਆ ਵੀ ਤਾਂ ਕੱਪੜੇ ਹੀ ਧਾਰਮਿਕ ਪਾਏ ਹੋਏ ਹਨ, ਇਹ ਅੰਦਰੋਂ ਦੇ ਠੱਗ ਏ, ਅੰਦਰੋਂ ਦੇ ਠੱਗ ਏ। ਤਾਂ ਉਹਦੇ ਠੱਗੀਆਂ ਹਟਾਈਆਂ, ਉਹਨੂੰ ਸਿੱਧੇ ਰਾਹ ਪਾਇਆ। ਧਰਮ ਉਦੋਂ ਸ਼ੁਰੂ ਹੁੰਦਾ ਜਦੋਂ ਅਸੀਂ ਬੁਰਾਈਆਂ ਛੱਡ ਦਿੰਦੇ ਹਾਂ, ਨਹੀਂ ਤਾਂ ਕੋਈ ਧਰਮ ਨਹੀਂ ਸ਼ੁਰੂ ਹੋਇਆ। ਇਹ ਨਾ ਸੋਚੋ ਤੁਸੀਂ ਪਾਠ ਕਰਦੇ ਪਤਾ ਤੁਸੀਂ ਧਾਰਮਿਕ ਹੋ। ਜਿਸ ਦਿਨ ਹਰ ਪ੍ਰਕਾਰ ਦੀ ਅਸੀਂ ਬੁਰਾਈ ਛੱਡ ਦੇਵਾਂਗੇ ਸਮਝੋ ਅੱਜ ਧਰਮ ਸ਼ੁਰੂ ਹੋ ਗਿਆ ਹੈ। ਚੋਰ ਬਾਕੀ ਸਾਰੇ ਗੁਣ ਨੇ ਪਰ ਇੱਕ ਔਗਣ ਹੈ ਚੋਰੀ। ਜਿਸ ਦਿਨ ਚੋਰੀ ਛੱਡ ਦੇਵੇਗਾ ਅਤੇ ਨਾਮ ਜਪਣਾ ਸ਼ੁਰੂ ਹੋਏਗਾ ਸਮਝੋ ਅੱਜ ਇਹ ਧਾਰਮਿਕ ਹੋਇਆ, ਅੱਜ ਧਰਮ ਸ਼ੁਰੂ ਹੋਇਆ। ਭਾਵੇਂ ਗੁਰਦੁਆਰੇ ਪਹਿਲਾਂ ਵੀ ਜਾਂਦਾ ਸੀ, ਪਹਿਲਾਂ ਵੀ ਜਾਂਦਾ ਸੀ। ਬੜੇ ਲੋਕ ਨੇ ਜੇ ਸ਼ਰਾਬ ਪੀਂਦੇ ਨੇ ਨਿਤਨੇਮ ਵੀ ਕਰਦੇ ਨੇ, ਧਾਰਮਿਕ ਨਹੀਂ ਹੋ। ਧਰਮ ਤੇ ਉਦੋਂ ਸ਼ੁਰੂ ਹੈ ਜਿੱਦਾਂ ਸ਼ਰਾਬ ਪੀਣੀ ਬੰਦ ਕਰ ਦੇਣਗੇ ਅਤੇ ਫਿਰ ਪਾਠ ਕਰਨ ਦੇ ਨਾਮ ਜਪਣਗੇ ਸਮਝੋ ਅੱਜ ਤੋਂ ਇਹ ਧਾਰਮਿਕ ਹੋ ਗਏ ਨੇ। ਬਾਕੀ ਸਭ ਧਰਮ ਦਾ ਵਿਖਾਵਾ ਹੈ ਅਤੇ ਅੱਜ ਕੱਲ੍ਹ ਵਿਖਾਵੇ ਦਾ ਹੀ ਬੋਲ ਵਾਲਾ ਹੈ। ਸੋ ਤਾਂ ਕਬੀਰ ਸਾਹਿਬ ਕਲੀਅਰ ਕਰ ਰਹੇ ਨੇ। ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ,
ਸੰਤੋ ਮਾਖਣ ਖਾਇਆ, ਛਾਛ ਪੀਐ ਸੰਸਾਰ। ਕਬੀਰ ਮਾਇਆ ਡੋਲਣੀ, ਇੱਥੇ ਮਾਇਆ ਤੋਂ ਭਾਵ ਹੈ ਸਰੀਰ। ਡੋਲਣੀ ਚਾਟੀ ਨੂੰ ਕਹਿੰਦੇ ਨੇ। ਇੱਕ ਚਾਟੀ ਹੁੰਦੀ ਹੈ, ਇੱਕ ਕਾੜਨੀ ਹੁੰਦੀ ਹੈ। ਅੱਜ ਦੇ ਬੱਚੇ ਨੂੰ ਸ਼ਾਇਦ ਨਾ ਗਿਆਨ ਹੋਵੇ, ਕਿਉਂਕਿ ਘਰਾਂ 'ਚ ਨਾ ਚਾਟੀ ਹੈ ਨਾ ਕਾੜਨੀ ਹੈ। ਹੁਣ ਦੁਨੀਆ ਦੁੱਧ ਰਿੜਕਣੋਂ ਹੀ ਹਟ ਗਈ ਹੈ। ਆਪਣੇ ਨੇੜੇ ਤੇਰੇ ਕੋਈ ਵੀ ਨਹੀਂ ਦੁੱਧ ਰਿੜਕਦਾ ਹੁਣ। ਇਸ ਲਈ ਨਾ ਅੱਜ ਦੇ ਬੱਚੇ ਨਾ ਪਤਾ ਚਾਟੀ ਕੀ ਹੁੰਦੀ ਅਤੇ ਨਾ ਪਤਾ ਕਾੜਨੀ ਕੀ ਹੁੰਦੀ। ਕਾੜਨੀ ਉਹ ਭਾਂਡਾ ਹੈ ਜਿਸ ਦੇ ਵਿੱਚ ਦੁੱਧ ਕਾੜਿਆ ਜਾਂਦਾ ਹੈ, ਉਬਾਲਿਆ ਜਾਂਦਾ ਹੈ। ਚਾਟੀ ਉਹ ਹੁੰਦੀ ਜਿਸ ਦੇ ਵਿੱਚ ਦੁੱਧ ਰਾਤ ਨੂੰ ਜਮਾਇਆ ਜਾਂਦਾ ਹੈ। ਚਾਟੀ ਦੇ ਵਿੱਚ ਰਾਤ ਦਾ ਦੁੱਧ ਜਮਾਇਆ ਸਵੇਰ ਤੱਕ ਦਹੀਂ ਬਣ ਜਾਂਦਾ ਹੈ। ਚਾਟੀ ਦੇ ਵਿੱਚ ਦਹੀਂ ਰਿੜਕਿਆ ਜਾਂਦਾ, ਕਾੜਨੀ 'ਚ ਨਹੀਂ ਰਿੜਕਿਆ ਜਾਂਦਾ। ਕਾੜਨੀ ਦੇ ਵਿੱਚੋਂ ਦੁੱਧ ਸ਼ਾਮ ਨੂੰ ਚਾਟੀ 'ਚ ਪਾ ਲਿਆ ਜਾਂਦਾ ਹੈ। ਜਦੋਂ ਕੋਸਾ ਕੋਸਾ ਹੁੰਦਾ ਹੈ, ਜੇ ਬਹੁਤਾ ਤੱਤਾ ਹੈ ਉਦੋਂ ਨਹੀਂ ਜਾਗ ਲਾਉਂਦੇ, ਅਤੇ ਬਿਲਕੁਲ ਠੰਡੇ ਨੂੰ ਵੀ ਜਾਗ ਨਹੀਂ ਲਾਉਂਦੇ। ਜਾਗ ਹੁੰਦਾ ਲੱਸੀ ਦੀ ਕੁਝ ਤੁਪਕੇ ਵਿੱਚ ਪਾਉਣਾ। ਜਦੋਂ ਕੋਸਾ ਕੋਸਾ ਦੁੱਧ ਹੁੰਦਾ ਫਿਰ ਉਹਨੂੰ ਜਾਗ ਲਾਉਂਦੇ ਨੇ ਅਤੇ ਢੱਕ ਦਿੰਦੇ ਰਾਤ ਨੂੰ। ਜੇ ਠੰਡ ਦਾ ਮੌਸਮ ਹੋਵੇ ਥੋੜ੍ਹੇ ਉੱਤੇ ਕੱਪੜਾ ਪਾ ਦਿੰਦੇ ਨੇ, ਬੋਰੀ ਪਾ ਦਿੰਦੇ ਨੇ। ਜੇ ਗਰਮੀਆਂ ਦਾ ਮੌਸਮ ਫਿਰ ਉਸੇ 'ਤੇ ਰਹਿਣ ਦੇ, ਸਵੇਰ ਤੱਕ ਦੁੱਧ ਦਹੀਂ ਦਾ ਰੂਪ ਧਾਰਨ ਕਰ ਜਾਂਦਾ ਹੈ। ਉਹ ਡੋਲਣੀ ਮੈਨੇ ਚਾਟੀ, ਪਵਨ ਮੈਨੇ ਹਵਾ। ਕਬੀਰ ਮਾਇਆ ਡੋਲਣੀ, ਪਵਨ ਝਕੋਲਣ ਹਾਰ। ਝਕੋਲਣ ਹਾਰ ਦੇ ਮਧਾਣੀ। ਦੁੱਧ ਰਿੜਕਣਾ ਮਧਾਣੀ ਨਾਲ ਹੀ ਰਿੜਕੋਗੇ ਨਾ। ਚਾਹੇ ਉਹ ਮਧਾਣੀ ਬਿਜਲੀ ਨਾਲ ਚੱਲਦੀ ਹੈ ਅਤੇ ਚਾਹੇ ਹੱਥਾਂ ਨਾਲ ਰਿੜਕ ਰਹੇ ਹੋ, ਰਿੜਕੇਗੀ ਮਧਾਣੀ ਹੀ। ਅੱਜ ਕੱਲ੍ਹ ਬਿਜਲੀ ਦੀਆਂ ਮਧਾਣੀਆਂ ਆ ਗਈਆਂ ਨੇ, ਕਿਹੜਾ ਰਿੜਕਦਾ ਫਿਰੇਗਾ ਇਹਨੇ। ਇੰਨੀ ਤਾਕਤ ਹੀ ਨਹੀਂ ਸਰੀਰਾਂ 'ਚ ਰਹੀ ਵੀ ਇੰਨੇ ਕਿਲੋ ਦਹੀਂ ਰਿੜਕ ਲਈਏ। ਅੱਜ ਕੱਲ੍ਹ ਇਸ ਲਈ ਮਸ਼ੀਨੀ ਯੁੱਗ ਹੈ। ਜਿਵੇਂ ਤੁਸੀਂ ਕੱਪੜੇ ਧੋਂਦੇ ਹੋ, ਐਂ ਹੀ ਦਹੀਂ ਪਾਇਆ, ਵਿੱਚ ਰੱਖੀ ਜਿਹੜੀ ਹੈ ਮਧਾਣੀ, ਅਤੇ ਬਿਜਲੀ ਦਾ ਬਟਨ ਕੀਤਾ ਹੁਣ, ਉਹਨੇ ਦੁੱਧ ਰਿੜਕ ਕੇ ਮੱਖਣ ਕੱਢ ਦੇਣਾ। ਅੱਜ ਤੋਂ ਕੋਈ 35 ਕੁ ਸਾਲ ਪਹਿਲਾਂ ਘੱਟ ਤੋਂ ਘੱਟ ਮੇਰੇ ਮਿਸਿਸ ਦੀ ਭਤੀਜੀ ਅਮਰੀਕਾ ਤੋਂ ਆਈ। ਚਲੋ ਅਸੀਂ ਉਹਨੂੰ ਮਿਲਣ ਚਲੇ ਗਏ। ਉਹ ਮੈਨੂੰ ਕਹਿੰਦੀ, ਫੁੱਫੜ ਜੀ ਦਹੀਂ ਖਾਓਗੇ? ਮੈਂ ਵੀ ਖੱਟਾ ਨਹੀਂ ਹੋਣਾ ਚਾਹੀਦਾ, ਮੇਰਾ ਗਲਾ ਖਰਾਬ ਨਹੀਂ। ਕਹਿੰਦੇ ਹੁਣੇ ਤਾਜ਼ਾ ਲਓ ਜੀ। ਉਹਨੇ ਇੱਕ ਭਾਂਡੇ ਦੁੱਧ ਪਾਇਆ, ਉਹਦੇ ਵਿੱਚ ਕੋਈ ਮਸਾਲਾ ਪਾਇਆ ਹੈ, ਕੋਈ ਮਸ਼ੀਨ ਉਹਦੀ ਫੇਰੀ ਹੈ, ਅਤੇ ਨਾਲ ਦੀ ਨਾਲ ਪਲੇਟ ਦਹੀਂ ਦੀ ਭਰ ਕੇ ਮੇਰੇ ਅੱਗੇ ਰੱਖਦੀ। ਕਹਿੰਦੇ ਆ ਲਓ ਜੀ। ਮੈਂ ਦੇਖੋ ਕਿੰਨੇ ਐਡਵਾਂਸ ਉਹ ਦੇਸ਼ ਨੇ ਸਾਡੇ ਨਾਲੋਂ। ਅਸੀਂ ਇੱਥੇ ਚਾਟੀਆਂ 'ਚ ਰਿੜਕੀ ਜਾਂਦੇ ਹਾਂ। ਹੁਣ 1 ਮਿੰਟ ਲਾਇਆ, ਕਹਿੰਦੇ ਨਾਲੇ ਫਿਰ ਉਹ ਬਿਲਕੁਲ ਤਾਜ਼ਾ ਸੀ, ਖੱਟਾ ਵੀ ਨਹੀਂ ਸੀ, ਬੜਾ ਸਵਾਦ ਸੀ। ਮੈਂ ਬੜਾ ਹੈਰਾਨ ਹਾਂ ਵੀ ਲੈ ਵੀ ਮਿੰਟ 2 ਮਿੰਟ ਹੀ ਲੱਗੇ ਨੇ, ਦਹੀਂ ਤਿਆਰ। ਸੋ ਇਹ ਹੈ ਮਸ਼ੀਨੀ ਯੁੱਗ। ਇਸ ਲਈ ਹੁਣ ਉਹ ਮਧਾਣੀਆਂ ਮਧੂਣੀਆਂ ਜਿਹੜੀਆਂ ਚਾਟੀਆਂ ਸਨ, ਉਹ ਤਾਂ ਬਹੁਤ ਘੱਟ ਬੱਚਿਆਂ ਨੇ ਵੇਖੀਆਂ ਹੋਈਆਂ ਹਨ। ਕਬੀਰ ਮਾਇਆ ਡੋਲਣੀ ਪਵਨ ਵਹੈ, ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ। ਇਹ ਸਰੀਰ ਚਾਟੀ ਹੈ, ਅਤੇ ਜਿਹੜੇ ਸਾਡੇ ਸਵਾਸ ਨੇ ਨਾ, ਇਹ ਮਧਾਣੀ ਹੈ। ਜਿਵੇਂ ਮਧਾਣੀ ਆਪਾਂ ਵਿੱਚ ਫੇਰੀ ਜਾਈਏ ਦਹੀਂ ਦੇ, ਅਤੇ ਹੌਲੀ 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 ਉਹ ਦਹੀਂ ਰਿੜਕਿਆ ਜਾਂਦਾ ਹੈ, ਅਤੇ ਉਹਦੇ ਉੱਤੇ ਮੱਖਣ ਆ ਜਾਂਦਾ ਹੈ। ਗਰਮੀਆਂ 'ਚ ਕੀ ਕਰਦੀਆਂ ਬੀਬੀਆਂ, ਕੋਰੇ ਘੜੇ 'ਚ ਰਾਤ ਨੂੰ ਪਾਣੀ ਪਾਉਂਦੀਆਂ ਸਨ। ਸਵੇਰੇ ਉਹ ਪਾਣੀ ਠੰਡਾ ਹੁੰਦਾ ਸੀ, ਫਿਰ ਉਹ ਪਾਣੀ ਠੰਡਾ ਪਾਣੀ ਉਸ ਚਾਟੀ ਦੇ ਵਿੱਚ ਪਾਉਂਦੀਆਂ ਸਨ, ਤਾਂ ਜੋ ਮੱਖਣ ਉੱਪਰ ਆ ਜਾਏ।
ਠੰਡ ਕਰਕੇ ਮੱਖਣ ਉੱਪਰ ਆ ਜਾਂਦਾ ਸੀ, ਫਿਰ ਹੱਥ ਨਾਲ ਉਹਨੂੰ ਕੱਢ ਲਿਆ ਕਰਦੀਆਂ ਸੀ। ਅੱਜ ਕੱਲ੍ਹ ਤਾਂ ਫਰਿੱਜ ਨੇ, ਫਰਿੱਜ 'ਚ ਪਾਣੀ ਦਾ ਜੱਗ ਕੱਢਿਆ ਅਤੇ ਉਹ ਚਾਟੀ 'ਚ ਪਾ ਤਾ, ਮੱਖਣ ਉੱਪਰ ਆ ਗਿਆ। ਉਹਨਾਂ ਨੂੰ ਪਤਾ ਹੁੰਦਾ ਵੀ ਇੰਨਾ ਕੁ ਰਿੜਕਿਆ ਗਿਆ, ਹੁਣ ਬਸ ਮੱਖਣ ਆ ਜਾਏਗਾ। ਇਹ ਸਰੀਰ ਵੀ ਇੱਕ ਚਾਟੀ ਦੀ ਨਿਆਂ ਹੀ ਹੈ। ਜਿਹੜੀ ਪਵਨ ਹਵਾ ਹੈ, ਸਵਾਸ ਹਨ, ਇਹ ਮਧਾਣੀ ਦੀ ਤਰ੍ਹਾਂ ਹਨ। ਜਿਵੇਂ ਆਪਾਂ ਚਾਟੀ 'ਚ ਮਧਾਣੀ ਫੇਰੀਏ ਅਤੇ ਤਾਂ ਹੀ ਮੱਖਣ ਨਿਕਲਦਾ ਨਾ, ਇਸ ਤਰ੍ਹਾਂ ਸਵਾਸਾਂ ਦੇ ਨਾਲ ਜਦੋਂ ਅਸੀਂ ਨਾਮ ਜਪਾਂਗੇ ਫਿਰ ਨਾਮ ਤੱਤ ਨਿਕਲੇਗਾ। ਜਦੋਂ ਸਵਾਸਾਂ ਦੇ ਨਾਲ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਸਵਾਸ ਸਹਿਜ ਸੁਭਾਅ ਆ ਜਾ ਰਹੇ ਨੇ। ਇਸ ਲਈ ਸਿੱਖ ਨੇ ਸਹਿਜ ਸੁਭਾਅ ਨਾਮ ਜਪਦੇ ਰਹਿਣਾ ਹੈ। ਕੋਈ ਕਾਹਲੀ ਨਹੀਂ ਕਰਨੀ, ਕੋਈ ਉੱਚੀ ਉੱਚੀ ਨਹੀਂ ਕਰਨਾ, ਥੱਕ ਜਾਓਗੇ। ਸਹਿਜ ਸੁਭਾਅ ਸਵਾਸ ਚਾਹੇ ਦਿਨ ਹੈ, ਚਾਹੇ ਰਾਤ ਹੈ, ਚਾਹੇ ਅਸੀਂ ਬੈਠੇ ਹਾਂ, ਚਾਹੇ ਉੱਠਦੇ ਹਾਂ, ਚਾਹੇ ਲੇਟੇ ਹਾਂ, ਚਾਹੇ ਸੁੱਤੇ ਹੋਏ ਹਾਂ, ਸਵਾਸ 24 ਘੰਟੇ ਚੱਲਦੇ ਰਹਿੰਦੇ ਹਨ। ਇਸ ਤਰ੍ਹਾਂ ਜਿਸ ਬੰਦੇ ਨੇ ਅਭਿਆਸ ਕਰ ਲੈਣਾ ਸਵਾਸਾਂ ਨਾਲ ਸਿਮਰਨ ਦਾ, ਕੁਝ ਸਾਲਾਂ ਬਾਅਦ ਜਦੋਂ ਰਾਤ ਨੂੰ ਵੀ ਸਾਹ ਲੈਂਦਾ ਨਾ, ਉਹਦੇ ਮੂੰਹੋਂ ਵਾਹਿਗੁਰੂ 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 ਸਵਾਸਾਂ ਦੇ ਨਾਲ ਨਿਕਲਦਾ ਰਹਿੰਦਾ ਹੈ, ਨਿਕਲਦਾ ਰਹਿੰਦਾ ਹੈ। ਕਿਉਂਕਿ ਸਿੱਖ ਦਾ ਹੁਕਮ ਹੈ, ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਾਹੇ ਉੱਠੇ ਹੋ, ਚਾਹੇ ਬੈਠੇ ਹੋ, ਚਾਹੇ ਸੁੱਤੇ ਹੋ, ਚਾਹੇ ਜਾਗਦੇ ਹੋ, ਰੱਬ ਨੂੰ ਯਾਦ ਕਰੀਏ ਜਾਣਾ। ਆਪਾਂ ਮਧਾਣੀ ਫੇਰਾਂਗੇ ਤਾਂ ਹੀ ਮੱਖਣ ਆਵੇਗਾ ਨਾ। ਜੇ ਨਿਰੀ ਮਧਾਣੀ ਚਾਟੀ 'ਚ ਪਾ ਕੇ ਰੱਖ ਦਿਓ ਅਤੇ ਉਹਨੂੰ ਰੱਸੀ ਪਾ ਕੇ ਘੁਮਾਓ ਹੀ ਨਾ ਮਧਾਣੀ ਨੂੰ ਚਾਟੀ 'ਚ, ਅਤੇ ਫਿਰ ਮੱਖਣ ਕਿਵੇਂ ਆਵੇਗਾ? ਸਵਾਸ ਤਾਂ ਚੱਲ ਰਹੇ ਨੇ, ਜੇ ਅਸੀਂ ਸਵਾਸਾਂ ਨਾਲ ਸਿਮਰਨ ਹੀ ਨਹੀਂ ਕਰ ਰਹੇ ਤਾਂ ਜਿਵੇਂ ਮੱਖਣ ਨਹੀਂ ਪ੍ਰਾਪਤ ਹੁੰਦਾ, ਇਸ ਤਰ੍ਹਾਂ ਸਾਨੂੰ ਪਰਮਾਤਮਾ ਰੂਪੀ ਮੱਖਣ ਵੀ ਪ੍ਰਾਪਤ ਨਹੀਂ ਹੋਣਾ, ਨਹੀਂ ਹੋਣਾ। ਨਿਰੀਆਂ ਮਧਾਣੀਆਂ ਰਹਿ ਜਾਂਗੇ ਬਸ ਅਸੀਂ। ਸੰਤੋ ਮਾਖਣ ਖਾਇਆ, ਸੰਤਾਂ ਦਾ ਮੱਖਣ ਖਾ ਲਿਆ ਕਿਉਂਕਿ ਉਹਨੇ ਮਧਾਣੀ ਨਾਲ ਰਿੜਕਿਆ। ਹਰ ਕਾ ਬਿਲੋਬ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਬਿਲੋਵਣਾ ਦਾ ਰਿੜਕਣਾ, ਹਰੀ ਦੇ ਨਾਮ ਨੂੰ ਰਿੜਕੋ, ਰਿੜਕੋ ਇਸ ਤਰ੍ਹਾਂ ਰਿੜਕੋ ਕਿ ਮੱਖਣ ਖਰਾਬ ਨਾ ਹੋ ਜਾਏ। ਕਈ ਵਾਰ ਛੋਟੇ ਹੁੰਦਿਆਂ ਦੁੱਧ ਰਿੜਕਣਾ ਪੈ ਜਾਂਦਾ, ਇਹਨੂੰ ਦੁੱਧ ਰਿੜਕਣਾ, ਵੈਸੇ ਤਾਂ ਦਹੀਂ ਰਿੜਕਣਾ ਹੁੰਦਾ, ਪਰ ਆਮ ਸ਼ਬਦ ਦੁੱਧ ਰਿੜਕਣਾ। ਕੀ ਕਰ ਦੁੱਧ ਰਿੜਕ ਰਿਹਾ, ਦੁੱਧ ਨਹੀਂ ਰਿੜਕਿਆ ਜਾਂਦਾ ਸੀ, ਦਹੀਂ ਰਿੜਕਿਆ ਜਾਂਦਾ ਨਾ। ਚਲੋ ਖੈਰ, ਕੰਮ ਛੇਤੀ ਮੁਕਾਉਣ ਲਈ ਤੇ ਮਧਾਣੀ ਫੇਰਨੀ, ਉਹ ਕੁਝ ਛਿੱਟਾਂ ਲੱਤਾਂ 'ਤੇ ਪੈ ਜਾਣੀਆਂ। ਬੇਬੇ ਕਹਿੰਦਾ ਪੁੱਤ ਹੌਲੀ ਹੌਲੀ ਰਿੜਕ, ਜੇ ਤੂੰ ਜ਼ਿਆਦਾ ਜ਼ੋਰ ਲਾਏਗਾ, ਕਾਹਲ ਕਰੇਗਾ ਨਾ, ਇਹ ਜਿਹੜਾ ਦਹੀਂ ਹੈ ਇਹ ਰਗੜ ਨਾਲ ਗਰਮ ਹੋ ਜਾਏਗਾ। ਜੇ ਦਹੀਂ ਗਰਮ ਹੋ ਗਿਆ, ਇਹਦੇ ਉੱਤੇ ਮੱਖਣ ਕੋਈ ਨਹੀਂ ਆਉਣਾ, ਉਹਨੇ ਪਿਘਲ ਕੇ ਲੱਸੀ 'ਚ ਰਲ ਜਾਣਾ। ਹੌਲੀ ਹੌਲੀ ਰਿੜਕ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਇਸ ਲਈ ਹੇ ਸਿੱਖਾ, ਤੂੰ ਵੀ ਨਾਮ ਰੂਪੀ ਮਧਾਣੀ ਫੇਰ, ਤੂੰ ਵੀ ਸਵਾਸਾਂ ਨਾਲ ਨਾਮ ਜਪ, ਸਹਿਜ ਸੁਭਾਅ ਨਾਮ ਜਪ, ਤਾਂ ਜੋ ਜਿਵੇਂ ਸੰਤਾਂ ਨੂੰ ਮੱਖਣ ਰੂਪੀ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ, ਤੈਨੂੰ ਵੀ ਪਰਮਾਤਮਾ ਪ੍ਰਾਪਤ ਹੋ ਜਾਏਗਾ। ਉਹ ਤਾਂ ਨਾਮ ਜਪਣ ਨਾਲ ਹੀ ਹੋਣਾ ਨਾ। ਅਤੇ ਜੇ ਅਸੀਂ ਮਧਾਣੀ ਫੇਰਦੇ ਹੀ ਨਹੀਂ ਤਾਂ ਫਿਰ ਨਿਰੀ ਮਧਾਣੀ ਰਹਿ ਗਈ। ਮੈਂ ਦੇਖਿਆ ਕਈ ਵਾਰੀ ਜਦੋਂ ਆਪਾਂ ਮਧਾਣੀ ਫੇਰਦੇ ਰਹਿੰਦੇ, ਕੁਝ ਮੱਖਣ ਮਧਾਣੀ ਨਾਲ ਲੱਗ ਜਾਂਦਾ, ਪਰ ਜਿਹੜੀ ਸੁਆਣੀ ਹੈ ਜਦੋਂ ਮੱਖਣ ਬਾਹਰ ਕੱਢਦੇ ਮਧਾਣੀ ਨੂੰ ਵੀ ਪੂੰਝ ਲੈਂਦੀ ਹੈ। ਜਿਹੜਾ ਤਾਂ ਥੋੜ੍ਹਾ ਉਹਦਾ ਮੱਖਣ ਲੱਗਣਾ ਉਹ ਵੀ ਲਾ ਲੈਂਦੀ ਹੈ, ਮਧਾਣੀ ਮਧਾਣੀ ਰਹਿ ਜਾਂਦੀ ਹੈ। ਇਹ ਨਾ ਕਿ ਅਸੀਂ ਨਿਰੀ ਮਧਾਣੀ ਹੀ ਰਹਿ ਜਾਈਏ। ਅਸੀਂ ਦਹੀਂ ਦੇ ਵਿੱਚ ਫਿਰਨਾ, ਆਨੰਦ ਮਾਣਨਾ।
ਮੱਖਣ ਦੀ ਪ੍ਰਾਪਤੀ ਕਰਨੀ ਹੈ। ਜਿਵੇਂ ਦਹੀਂ ਤੋਂ ਮੱਖਣ ਪ੍ਰਾਪਤ, ਸਿਮਰਨ ਤੋਂ ਰੱਬ ਪ੍ਰਾਪਤ ਹੁੰਦਾ। ਦਹੀਂ ਰਿੜਕਣ ਨਾਲ ਮੱਖਣ ਮਿਲਦਾ ਹੈ, ਨਾਮ ਰਿੜਕਣ ਨਾਲ ਰੱਬ ਮਿਲਦਾ। ਅਤੇ ਜਿਹਨੂੰ ਰੱਬ ਮਿਲ ਗਿਆ ਉਹਨੂੰ ਸਮਝੋ ਸੰਸਾਰ ਦੀ ਹਰ ਇੱਕ ਚੀਜ਼ ਮਿਲ ਗਈ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਜਦੋਂ ਪਰਮਾਤਮਾ ਹੀ ਮਿਲ ਗਏ, ਇੱਛਾ ਸਾਰੀਆਂ ਆਪਣੇ ਆਪ ਹੀ ਪੂਰੀਆਂ ਹੋ ਗਈਆਂ, ਕੋਈ ਇੱਛਾ ਰਹਿੰਦੀ ਹੀ ਨਹੀਂ, ਕੋਈ ਇੱਛਾ ਨਹੀਂ ਰਹਿੰਦੀ। ਅੱਜ ਮਨੁੱਖ ਇੱਛਾਵਾਂ ਕਰਕੇ, ਤ੍ਰਿਸ਼ਨਾਵਾਂ ਕਰਕੇ ਦੁਖੀ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕਿਸੇ ਵਿਰਲੇ ਟਾਵੇਂ ਦੀ ਤ੍ਰਿਸ਼ਨਾ ਬੁੱਝਦੀ ਹੈ। ਅਤੇ ਗੁਰਬਾਣੀ ਦੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੇ। ਤੁਸੀਂ ਸਿਮਰਨ ਕਰਦੇ ਜਾਓ, ਕਰਦੇ ਜਾਓ, ਕਰਦੇ ਜਾਓ, ਕਰਦੇ ਜਾਓ। ਜਿਹੜੀ ਤੁਹਾਡੇ ਅੰਦਰ ਤ੍ਰਿਸ਼ਨਾ ਹੈ, ਜਿਸ ਕਰਕੇ ਤੁਹਾਨੂੰ ਦੁੱਖ ਹੈ, ਉਹ ਤ੍ਰਿਸ਼ਨਾ ਹੀ ਖਤਮ ਹੋ ਜਾਏਗੀ। ਉਹ ਤ੍ਰਿਸ਼ਨਾ ਹੀ ਖਤਮ ਹੋ ਜਾਏਗੀ। 10 ਸਾਲ ਪੁੱਤਰ ਮੰਗਦੇ ਰਹੇ, ਮੰਗਦੇ ਰਹੇ, ਮੰਗਦੇ ਰਹੇ। ਤ੍ਰਿਸ਼ਨਾ ਅੰਦਰ ਨਾਮ ਜਪਣਾ ਸ਼ੁਰੂ ਕੀਤਾ, ਐਸਾ ਅੰਦਰ ਸਬਰ ਸੰਤੋਖ ਪੈਦਾ ਹੋ ਗਿਆ ਕਿ ਪੁੱਤਰ ਮੰਗਣਾ ਹੀ ਬੰਦ ਕਰਤਾ। ਪੁੱਤਰ ਮੰਗਣਾ ਹੀ ਬੰਦ ਕਰਤਾ। ਤ੍ਰਿਸ਼ਨਾ ਹੀ ਬੁੱਝ ਗਈ ਹੈ ਵੀ ਕਾਸੇ ਦੀ ਲੋੜ ਨਹੀਂ, ਕਾਸੇ ਦੀ ਲੋੜ ਨਹੀਂ। ਤ੍ਰਿਸ਼ਨਾ ਸੀ, ਇੰਨਾ ਨਾਮ ਜਪਿਆ, ਉਹ ਤ੍ਰਿਸ਼ਨਾ ਹੀ ਖਤਮ ਹੋ ਗਈ। ਸੋ ਇਸ ਲਈ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ, ਕਬੀਰ ਮਾਇਆ ਡੋਲਣੀ ਪਵਨ ਵਹੈ ਹਿਵਧਾਰ। ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਝਾਟੀ ਹੈ, ਜਿਹੜੇ 'ਚ ਸਵਾਸ ਹੈ ਨਾ, ਹਵਾ ਸਵਾਸ ਹਿਵਧਾਰ ਹੁੰਦਾ, ਠੰਡੇ ਪਾਣੀ ਦੀ ਧਾਰਾ ਵਾਂਗ ਹੈ। ਜਦੋਂ ਅਸੀਂ ਨਾਮ ਜਪਦੇ ਹਾਂ, ਸਾਨੂੰ ਸ਼ਾਂਤੀ ਮਿਲਦੀ ਹੈ, ਠੰਡਕ ਮਿਲਦੀ ਹੈ। ਜਿਨ ਬਲੋਇਆ ਇਹਦੇ ਉੱਪਰ ਸੇ ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਇਹ ਸਰੀਰ ਤੇ ਝਾਟੀ ਹੈ, ਸਵਾਸ ਮਧਾਣੀ ਹੈ, ਝਕੋਲਣ ਹਾਰ ਮਧਾਣੀ ਹੈ। ਸੰਤੋ ਮੱਖਣ ਖਾਇਆ, ਸੰਤਾਂ ਨੇ ਇਹ ਨਾਮ ਰਿੜਕ ਰਿੜਕ ਕੇ ਉੱਤੇ ਜਿਹੜਾ ਪਰਮਾਤਮਾ ਸੀ ਉਹ ਪ੍ਰਾਪਤ ਕਰ ਲੈਣਾ। ਜਿਵੇਂ ਦਹੀਂ ਰਿੜਕ ਰਿੜਕ ਕੇ ਅਸੀਂ ਮੱਖਣ ਪ੍ਰਾਪਤ ਕਰ ਲੈਂਦੇ ਹਾਂ। ਸੰਤ ਤੇ ਖਾ ਗਏ ਮੱਖਣ, ਕਿਉਂਕਿ ਉਹਨਾਂ ਮਧਾਣੀ ਫੇਰੀ, ਉਹਨਾਂ ਮਧਾਣੀ ਨਾਲ ਦਹੀਂ ਰਿੜਕਿਆ, ਉਹ ਖਾ ਗਏ ਮੱਖਣ। ਛਾਛ ਪੀਏ ਸੰਸਾਰ, ਲੋਕ ਲੱਸੀ ਪੀਂਦੇ ਰਹਿ ਗਏ, ਮੱਖਣ ਦੇ ਸੰਤ ਖਾ ਗਏ। ਭਾਵ ਜਿਹੜਾ ਨਾਮ ਜਪੇਗਾ, ਪ੍ਰਾਪਤੀ ਤੇ ਉਸ ਨੂੰ ਹੋਣੀ ਹੈ, ਪ੍ਰਾਪਤੀ ਤੇ ਉਸ ਨੂੰ ਹੋਣੀ ਜਿਹੜਾ ਨਾਮ ਜਪੇਗਾ। ਜਿਵੇਂ ਜਿਹੜਾ ਦਹੀਂ ਰਿੜਕੇਗਾ, ਮੱਖਣ ਉਸ ਨੂੰ ਪ੍ਰਾਪਤ ਹੋਏਗਾ। ਜਿਹੜਾ ਨਾਮ ਰਿੜਕੇਗਾ, ਉਹਨੂੰ ਰੱਬ ਰੂਪ ਮੱਖਣ ਪ੍ਰਾਪਤ ਹੋਵੇਗਾ, ਉਹਨੂੰ ਰੱਬ ਪ੍ਰਾਪਤ ਹੋਏਗਾ। ਅਤੇ ਸਾਡੇ ਜੀਵਨ ਦਾ ਉਦੇਸ਼ ਹੈ ਰੱਬ ਦੀ ਪ੍ਰਾਪਤੀ, ਇਹ ਦੂਰਾ ਨਹੀਂ। ਨਾਮ ਜਪਣਾ ਜੀਵਨ ਦਾ ਉਦੇਸ਼ ਨਹੀਂ ਹੈ। ਨਾਮ ਤੇ ਸਾਧਨ ਹੈ, ਸਾਧਨ ਕਦੇ ਉਦੇਸ਼ ਨਹੀਂ ਹੋਇਆ ਕਰਦਾ। ਤੁਹਾਡਾ ਉਦੇਸ਼ ਹੈ ਸਵੇਰੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾਣਾ, ਇਹ ਉਦੇਸ਼ ਹੈ। ਸਾਧਨ ਮੋਟਰਸਾਈਕਲ ਵੀ ਹੋ ਸਕਦਾ ਹੈ, ਸਾਧਨ ਬੱਸ ਵੀ ਹੋ ਸਕਦੀ ਹੈ, ਸਾਧਨ ਤੁਹਾਡੀ ਕਾਰ ਵੀ ਹੋ ਸਕਦੀ ਹੈ, ਸਾਧਨ ਕੋਈ ਵੀ ਹੋ ਸਕਦਾ ਹੈ। ਉਦੇਸ਼ ਹੈ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ। ਸਾਡਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ ਕਰਨਾ, ਅਤੇ ਉਹਦੇ 2 ਸਾਧਨ ਨੇ, ਇੱਕ ਹੈ ਸ਼ੁਭ ਕਰਮ ਕਰਨਾ ਅਤੇ ਦੂਜਾ ਨਾਮ ਜਪਣਾ। ਸ਼ੁਭ ਕਰਮ ਕਰਾਂਗੇ ਤਾਂ ਧਰਮ ਸ਼ੁਰੂ ਹੋਵੇਗਾ। ਜੇ ਮੇਰੇ ਕਰਮ ਸ਼ੁਭ ਨਹੀਂ, ਮੈਂ ਧਾਰਮਿਕ ਨਹੀਂ ਹਾਂ। ਆਪਣੇ ਆਪ ਨੂੰ ਪਤਾ ਹੁੰਦਾ ਕਿ ਕੀ ਮੇਰੇ ਕਰਮ ਗੁਰਬਾਣੀ ਅਨੁਸਾਰ ਹਨ। ਜੇ ਤੇ ਹਨ ਫਿਰ ਤਾਂ ਮੈਂ ਧਾਰਮਿਕ ਹਾਂ, ਨਹੀਂ ਤਾਂ ਦੇਖਣ ਨੂੰ ਧਾਰਮਿਕ ਹਾਂ, ਅੰਦਰੋਂ ਉਸੇ ਤਰ੍ਹਾਂ ਹੀ। ਮੇਰੇ ਅੰਦਰ ਧਰਮ ਕੋਈ ਨਹੀਂ ਹੋਵੇਗਾ, ਸਿਰਫ ਵਿਖਾਵਾ ਹੋਵੇਗਾ। ਧਰਮ ਉਦੋਂ ਸ਼ੁਰੂ ਹੁੰਦਾ ਜਦੋਂ ਅਸੀਂ ਸ਼ੁਭ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ, ਜਦੋਂ ਅਸੀਂ ਬੁਰਾਈਆਂ ਛੱਡ ਦਿੰਦੇ ਹਾਂ।
ਸ਼ੁਭ ਕਰਮ ਸ਼ੁਰੂ ਕਰ ਦਿੰਦੇ ਹਾਂ ਅਤੇ ਨਾਲ ਨਾਮ ਜਪਦੇ ਸਮਝੋ ਅੱਜ ਤੁਸੀਂ ਧਾਰਮਿਕ ਹੋ ਗਏ, ਅੱਜ ਧਰਮ ਸ਼ੁਰੂ ਹੋ ਗਿਆ ਹੈ। ਸੋ ਇਸ ਲਈ ਸ਼ੁਭ ਕਰਮ ਕਰਨੇ ਨੇ ਅਤੇ ਨਾਮ ਜਪਣਾ, ਇਹ ਦੋ ਜੇ ਕੰਮ ਅਸੀਂ ਕਰਦੇ ਰਹੀਏ ਅਤੇ ਵਿਸ਼ਵਾਸ ਰੱਖੋ ਇੱਕ ਨਾ ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ। ਅਤੇ ਇਹੀ ਜੀਵਨ ਦਾ ਉਦੇਸ਼ ਹੈ ਅਤੇ ਇਹੀ ਸਾਨੂੰ ਕਬੀਰ ਸਾਹਿਬ ਸਮਝਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।